ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਤ ਨਿਪਾਤ ਪਲਾਸ ਪ੍ਰਕਾਸੇ ਜਿਤ ਕਿਤ ਅਰਨ ਵਰਨ ਕੀ ਭਾਸੇ ਚਾਹ ਦਿਸ ਬਨ ਕੀ ਦਿਖਿਯਤ ਭੂਮਾ ਜਨ ਗਨ ਅਗਨੀ ਲਾਟ ਧੂਮਾ ਪਾਤ ਨਿਪਾਤ ਪਲਾਸ ਪ੍ਰਕਾਸੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सत्कारयोग गुरु खालसा साध संगत जी, सतगुरु अंगद साहिब जी का जो महान ही अनोखा ते लसानी जीवन है, इसनों कवि संतोख सिंह जी ने बड़े सोहना छंदी विच छंदाबंदी भी तथा काव दे विच लिखिया है। वो ਆਪਾਂ ਲੜੀਵਾਰ ਰੂਪ ਵਿੱਚ ਪੜ੍ਹ ਰਹੇ ਸੁਣਾ ਰਹੇ ਹਾਂ ਅਤੇ ਸਰਵਣ ਕਰਕੇ ਪੜ੍ਹ ਕੇ ਲਾਹਾ ਲੈ ਰਹੇ ਹਾਂ। ਪਿਛੇ ਇਤਿਹਾਸ ਵਿੱਚ ਪ੍ਰਸੰਗ ਆਪਾਂ ਸਰਵਣ ਕਰ ਲਿਆ, ਜਿਵੇਂ ਸਿੰਘਾਂ ਉੱਪਰ ਜਿਸ ਤੇ ਬੱਚੇ ਦਾ ਸ਼ਗਨ ਪੈਣਾ ਸੀ, ਮੰਗਣਾ ਹੋਣਾ ਸੀ, 100 ਬੱਕਰਾ ਖਰੀਦ ਕੇ लेके जा रहा सी। सतगुरु जी ने सजे कहा भी किस वास्ते है। कह लगा जी बच्चे तो मंगना होना है, बाहरों जेड़े रिश्तेदार है वो साख संबंधी सारे इकट्ठे होणगे, मित्र दोस्त आदिक। साढ़े बड़े बड़ियां दी रीति है भी जो कोई खुशी का समा आता उसनूं असीं मास ते चौलों का जिहड़ा भोजन है उन्हें छकाने हैं। गुरु महाराज जी हसे, कहने लगे भी शीरे उपल जब तू महान पाप कर रहे हैं इहदा फल तो तैनूं ही भुगतना पेगा। यमां दी खलपाही तेरे पेगी, नरकां विच तूं ही डिगेगा। ये जिहड़े खा पी के पासे हो जाणगे, देखा तेरी जान नूं देना पएगा। क्यों ये खुशी दे समय एडा बड़ा तू बजर पाप करिया चाहना है। डर गया है, कहने लगे महाराज वडेरे ना दुखी होण, साख संबंधी भी खुशी रहन, कोई बिगड़ ना पवे। कोई आप कृपा करके दस दो, मैं भी चाहना भी ये ना ही होवे। गुरु अंगद साहिब जी ने कहा भी एक हीला हैगा है, वे सगन की रस्म के समय जो कुछ करना कराओ इत्थे तू साडे अस्थान ते खजूर साहिब जी कर करा ला, साडे सन्मुख समक्ष। फिर ये कुछ नहीं तेन करन की लोड़ पेगी। इस वचन से इसने फुल चढ़ाए, सत वचन कह दिता है। जो दिन आया है सारी समगरी चुक चुका के महाराज के स्थान ते ले, बाकी सारिਆਂ ਨੂੰ कह दिता भी ये सारी जिहड़ी रस्म है गुरु अंगद साहिब महाराज की हजूरी विच ही होवेगी। आपां सारिਆਂ ने उत्थे रल मिल के ये रस्म नूं पूरियां करनिया है। सारे ही आ गए ने। इस तरह गुरमत अनुसार फिर रस्म हो गई है। सारिਆਂ ਨੂੰ गुरु के लंगर ते भी जाके जिहड़ा सोहनी दाल बनी है, सोहने चौल बने, रला मिला के छका लए ने। किसी ने कोई मास मूस की गल गलती नहीं की है। और कई बार इतिहास में जो मास का प्रसंग आ जाता है, ਜਿਹੜੇ ਮਾਸ ਖਾਣ ਦੇ ਜ਼ਿਆਦਾ ਸ਼ੌਕੀਨ ਨੇ, ਜ਼ਿਆਦਾ ਤਰਜੀਹ ਦੇਣ ਵਾਲੇ, ਉਸ ਵੇਲੇ ਤਾਂ ਇਹ ਬੜਾ बना बना के कथा जी कर देखो इत्थे
ਮਾਸ ਖਾਣਾ ਲਿਖਿਆ ਹੈ। ਜਦੋਂ ਕਿਤੇ ਭਾਈ ਸਿੰਘਾਂ ਜੀ ਦਾ ਉੱਪਲ ਦਾ ਪ੍ਰਸੰਗ ਹੋ ਜਾਂਦਾ ਉਦੋਂ ਫਿਰ ਕਹਿੰਦੇ ਇਹ ਪ੍ਰਸੰਗ ਤਾਂ ਅਖੇਪ ਜਿਹਾ ਲੱਗਦਾ ਹੈ। ਇਹ ਜਿਹੜਾ ਪ੍ਰਸੰਗ ਹੈ ਇਹ ਗੁਰਮਤਿ ਅਨੁਸਾਰ ਨਹੀਂ ਦਿਸਦਾ ਹੈ। ਇਹ ਕਵੀ ਜੀ ਨੇ ਕਿਸੇ ਦੇ ਹੋਰ ਪ੍ਰਭਾਵ ਵਿੱਚ ਆ ਕੇ ਐਸਾ ਕੁਛ ਲਿਖਾ ਦਿੱਤਾ ਹੈ। ਇਸ ਤਰ੍ਹਾਂ ਜਾ ਕੇ ਕਹਾ ਕੇ ਅੱਗੇ ਲੰਘ ਜਾਂਦੇ ਨੇ, ਲੇਕਿਨ ਗੁਰਬਾਣੀ ਵਿੱਚ ਜਿਹੜਾ ਕੋਈ ਐਸਾ ਹੈ ਉਹ ਤਾਂ ਕਿਤੇ ਵੀ ਖਾਣ ਦੀ ਅੱਗੇ ਹੀ ਨਹੀਂ ਆਈ ਹੈ। ਉਹ ਮਾਸ ਹੀ ਲਿਖਿਆ ਹੈ, ਸਗੋਂ ਨਿਸ਼ੇਧ ਵਿੱਚ ਬਹੁਤ ਹੈ। ਦੂਜਿਆਂ ਨੂੰ ਸੰਬੋਧਨ ਕਰਦਿਆਂ ਕਬੀਰ ਸਾਹਿਬ ਜੀ ਨੇ ਵੀ ਐਸੇ ਕਿਹਾ, ਜਦ ਸਭ ਮੈਂ ਖੁਦਾਏ ਕਹਿ ਤੋ ਕਿ ਮੁਰਗੂ ਮਾਰਾ। ਜਿਹੜੇ ਕੋਈ ਮਾਸ ਦੀਆਂ ਬਲੀਆਂ ਦੇ ਕੇ ਜਗ ਵਗੈਰਾ ਕਰਨ ਵਾਲੇ ਸੀ ਉਹਨਾਂ ਨੂੰ ਵੀ ਸਿੱਧਾ ਹੀ ਲਿਆ ਵੀ ਜੀਓ ਵਧੋ ਸੋ ਧਰਮ ਕੇ ਥਾਪੋ ਧਰਮ ਕਹੋ ਕਿ ਭਾਈ ਆਪਸ ਕੋ ਮਨਵਰ ਕਰ ਥਾਪੋ ਕਾ ਕਹੋ ਕਸਾਈ। ਇਹ ਜੀਆਂ ਨੂੰ ਮਾਰ ਕੇ ਬਲੀਆਂ ਦੇਣੀਆਂ ਜਗ ਵਗੈਰਾ ਕਰਨੇ ਤੇ ਇਸ ਤਰ੍ਹਾਂ ਉਹਨੂੰ ਤਾਂ ਤੁਸੀਂ ਧਰਮ ਕਰਦੇ, ਧਰਮ ਕਰਕੇ ਥਾਪਦੇ ਹੋ ਵੀ ਬਹੁਤ ਵੱਡਾ ਅਸੀਂ ਧਰਮ ਕਰ ਰਹੇ ਹਾਂ, ਪੁੰਨ ਕਰ ਰਹੇ ਹਾਂ। ਇਹ ਫਿਰ ਆਪਣੇ ਆਪ ਨੂੰ ਸ਼੍ਰੋਮਣੀ ਮੁਨੀਏ ਮੰਨਦੇ ਹੋ। ਇਹ ਇਸ ਤਰ੍ਹਾਂ ਜੀਆਂ ਨੂੰ ਮਾਰ ਕੇ ਖਾ ਪੀ ਲੈਣਾ, ਜਗ ਵਗੈਰਾ ਕਰ ਦੇਣਾ, ਹੱਤਿਆ ਕਰ ਦੇਣੀ, ਫਿਰ ਕਸਾਈ ਤੁਸੀਂ ਕਿਹਨੂੰ ਕਹੋਗੇ? ਕਸਾਈ ਤਾਂ ਫਿਰ ਜੀਆਂ ਨੂੰ ਨਾ ਮਾਰਨ ਵਾਲੇ ਹੋਏ। ਇਸ ਕਰਕੇ ਜਿਹੜਾ ਤੂੰ ਜੀਆਂ ਨੂੰ ਮਾਰ ਰਹੇ ਆ ਨਾ ਤੇ ਫਿਰ ਆਪਣੇ ਆਪ ਨੂੰ ਸ੍ਰੇਸ਼ਟ ਮੁਨੀ ਮੰਨ ਰਿਹਾ, ਸਭ ਤੋਂ ਵੱਡੇ ਕਸਾਈ ਤਾਂ ਤੁਸੀਂ ਹੋ। ਲੋਭ ਤਾਂ ਲੋਭ ਲਾਲਚ ਵਿੱਚ ਆ ਕੇ ਸਭ ਕੁਝ ਕਰਦੇ ਨੇ, ਉਹਨਾਂ ਨੂੰ ਕੋਈ ਮਾਇਆ ਵੀ ਮਿਲਦੀ ਹੈ ਤੇ ਉਹਨਾਂ ਦਾ ਟੱਬਰ ਟੀਰ ਵੀ ਫਿਰਦਾ ਹੈ। ਤੁਸੀਂ ਜੀਵੀ ਦੇ ਪਿੱਛੇ ਸਾਰਾ ਕੁਝ ਇਹ ਪਾਪ ਕਰਦੇ ਹੋ, ਇਸ ਕਰਕੇ ਸਭ ਤੋਂ ਵੱਡੇ ਕਸਾਈ ਤਾਂ ਤੁਸੀਂ ਹੋ। ਉਹ ਕਬੀਰ ਸਾਹਿਬ ਜੀ ਦੇ ਇਸ ਤਰ੍ਹਾਂ ਦੇ ਵਚਨ ਕਹੇ, ਉਹਨਾਂ ਨੂੰ ਅੱਗੇ ਕੋਈ ਜਵਾਬ ਨਹੀਂ ਆਇਆ ਸੀ, ਨਾ ਬੁੱਲਾਂ ਨੂੰ ਨਾ ਇਹ ਜਿਹੜੇ ਕੋਈ ਜਗ ਵਗੈਰਾ ਇਹ ਹੱਤਿਆ ਕਰਕੇ ਕਰਨ ਕਰਾਉਣ ਵਾਲੇ ਹੈ। ਇਸੇ ਤਰ੍ਹਾਂ ਗੁਰੂ ਕੇ ਲੰਗਰ ਵਿੱਚ ਜੋ ਕੁਝ ਵਰਤਦਾ ਸੀ, ਇਸ ਸੰਬੰਧ ਵਿੱਚ ਸੱਤਾ ਬਲਵੰਡ ਜੀ ਨੇ ਸੋਹਣੇ ਢੰਗ ਨਾਲ ਸਪਸ਼ਟ ਕਰਕੇ ਲਿਖ ਦਿੱਤਾ ਹੈ। ਇਹਦੇ ਵਿੱਚ ਤਾਂ ਕੋਈ ਸ਼ੱਕ ਸ਼ੁਬਾ ਰਹਿੰਦਾ ਹੀ ਨਹੀਂ। ਸੁਣ ਕੇ ਬਚਨ ਨੂੰ ਲੰਗਰ ਦੌਲਤ ਵੰਡੀਏ ਰਸਮਰਤ ਖੀਰ ਘਿਆਲੀ। ਗੁਰੂ ਕੇ ਲੰਗਰ ਦੇ ਵਿੱਚ ਇਹ ਦੌਲਤ ਵੰਡੀ ਜਾਂਦੀ ਹੈ। ਉਹ ਕੀ ਹੈ ਵੀ ਜੋ ਹਮਾਰੀ ਜਿਹੜੀ ਖੀਰ ਅੰਮ੍ਰਿਤਮਈ ਬਹੁਤ ਮਿੱਠੀ, ਉਹ ਕਿੱਥੇ ਘਿਓ ਵਾਲੀ ਖੀਰ, ਕਿਤੇ ਕਹਿਣਾ ਵੀ ਗੁਰੂ ਕੇ ਲੰਗਰ ਵਿੱਚ ਮਾਸ ਬਣਿਆ, ਮੱਛੀ ਬਣਾ ਕੇ ਲਿਆਂਦੀ, ਮਹਾਰਾਜ ਨੂੰ ਛਕਾਈ ਗੁਰੂ ਅਮਰਦਾਸ ਸਾਹਿਬ ਜੀ ਨੇ। ਉਹ ਇਸ ਤਰ੍ਹਾਂ ਦੇ ਜਿਹੜੇ ਪ੍ਰਸੰਗ ਹੈ ਤਾਂ ਸਾਰੇ ਅਖੇਪ ਕਜੇ, ਪਰ ਉਹਨਾਂ ਨੂੰ ਕਈ ਵਾਰੀ ਜਿਹੜੇ ਖਾਣ ਪੀਣ ਵਾਲੇ ਉਹ ਬੜੀ ਤਰਜੀਹ ਦਿੰਦੇ, ਕਹਿੰਦੇ ਇੱਥੇ ਲਿਖਿਆ ਮਾਸ ਖਾਣਾ ਜਾਇਜ਼ ਹੈ, ਇੱਥੇ ਲਿਖਿਆ ਪਿਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸਾਨੂੰ ਕੋਈ ਐਸੀ ਤੁਕ ਨਹੀਂ ਮਿਲ ਸਕਦੀ ਹੈ ਜਿੱਥੇ ਕੋਈ ਇਹ ਲਿਖਿਆ ਹੋਵੇ ਤੁਸੀਂ ਖਾਓ ਰੱਜ ਰੱਜ ਕੇ। ਭਾਗ ਮਾਸਲੀ ਸ਼ਰਾਬ ਪਾਨ ਜੋ ਜੋ ਪ੍ਰਾਨੀ ਖਾਏ, ਤੀਰਥ ਵਰਤ ਨੇਮ ਕੀਏ ਤੇ ਸਭਾ ਦਰ ਸਾਧੂ ਜਾਏ। ਜਾਂ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜੀਆ ਮਨ ਮੈਂ ਚਲੇ ਵਿਕਾਰ। ਇਹ ਨਿਸ਼ੇਧ ਵਿੱਚ ਬਹੁਤ ਕੁਛ ਆਇਆ ਹੈ। ਇਸ ਨੇ ਗੁਰਮਤਿ ਰੀਤੀ ਅਨੁਸਾਰ ਸਾਰਾ ਕਾਰਜ ਕਰਿਆ ਹੈ। ਕਈ ਵਾਰੀ ਐਸਾ ਕਹਿਣ ਕਹਾਉਣ ਵਿੱਚ ਹੁਣ ਵੀ ਇਹ ਸਿੱਖਾਂ ਵਿੱਚ ਆਉਂਦਾ ਜੀ ਕੀ ਕਰੀਏ ਜੀ, ਰੁੱਸ ਜਾਣਗੇ ਸਾਖ ਸੰਬੰਧੀ, ਜੇ ਨਾ ਖੋਇਆ ਸੀ ਉਹਨਾਂ ਤੋਂ ਖਾਂਦੇ ਪੀਂਦੇ ਰਹੇ ਹਾਂ। ਉਹ ਕਹਿੰਦੇ ਸਾਡੇ ਤਾਂ ਵੀ ਤੁਸੀਂ ਇਹ ਖਾ ਪੀ ਹੈ, ਹੁਣ ਆਪਣੇ ਸਵਾਲ ਤੁਸੀਂ ਦਾਲ ਮੂੰਗੀ ਨਾ ਸਾਰਦੇ ਹੋ। ਇਹ ਨਹੀਂ ਹੋਣਾ ਹੈ ਵੀ ਉਹ ਨਾ ਕਿਤੇ ਨਾਰਾਜ਼ ਹੋ ਜਾਣ। ਉਹਨਾਂ ਪਿੱਛੇ ਅਸੀਂ ਸਾਰਾ ਜਿਹੜਾ
100 ਬੱਕਰਾ, ਹੋਰ ਮੱਛੀਆਂ, ਆਂਡੇ, ਸਭ ਕੁਛ ਜੋ ਕੁਛ ਹੈ ਕੂੜਾ ਕਰਕਟ ਖਾਈ ਪੀ ਜਾਂਦੇ, ਪਾਪ ਕਰੀ ਜਾਂਦੇ। ਬਾਅਦ ਵਿੱਚ ਜਦੋਂ ਫਿਰ ਉਹਦਾ ਫਲ ਮਾੜਾ ਹੁੰਦਾ ਹੈ, ਬੇਚੈਨੀ ਫੈਲਦੀ, ਦੁੱਖ ਤਕਲੀਫਾਂ ਆਉਂਦੀਆਂ, ਫਿਰ ਅਸੀਂ ਕਹਿੰਦੇ ਵੀ ਇੱਕ ਵਿਆਹ ਜਾ ਕੀਤਾ ਸੀ, ਉਦੋਂ ਬਾਅਦ ਮਨ ਬੜਾ ਬੇਚੈਨ ਰਹਿੰਦਾ ਹੈ, ਮਨ ਬੜਾ ਅਸ਼ਾਂਤ ਰਹਿੰਦਾ ਹੈ, ਸਰੀਰ ਜਿਹਾ ਬਹੁਤ ਢਿੱਲਾ ਮੱਠਾ ਜਿਹਾ ਰਹਿਣ ਲੱਗ ਗਿਆ। ਉਹ ਗੱਲ ਨਹੀਂ ਹੈ। ਜੇ ਕੋਈ ਕਹੇ ਵੀ ਆਹ ਕੁਛ ਕਰਿਆ ਕਰਾਉਣਾ ਹੋਣਾ, ਫਿਰ ਕੀ ਕਰੀਏ ਜੀ, ਸਾਕ ਸੰਬੰਧੀ ਗੁੱਸੇ ਹੋ ਜਾਣੇ ਸੀ, ਰਿਸ਼ਤੇਦਾਰ ਹੋਣੇ, ਉਹ ਧੱਕੇ ਧੱਕਾ ਹੀ ਨਿਕਲਿਆ ਸੀ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਵੀ ਸਭ ਤੋਂ ਵੱਧ ਇਸ ਕੰਮ ਪਿੱਛੇ ਅੱਗੇ ਹੁੰਦੇ ਨੇ। ਦੂਜਾ ਤੀਜਾ ਤੱਕ ਕਰੇ ਗੁਰੂ ਕੇ ਸਿੱਖ ਨੂੰ ਤਾਂ ਐਸਾ ਕੁਝ ਕਰਨਾ ਕਿਤੇ ਲਿਖਿਆ ਹੀ ਨਹੀਂ ਹੈ, ਕਿਤੇ ਅੱਗੇ ਹੀ ਨਹੀਂ ਹੈ। ਜਿੰਨੇ ਲੋਕ ਕਈ ਜ਼ਿਆਦਾ ਐਸਾ ਕੁਛ ਕਰਾਉਂਦੇ ਨੇ, ਉਹ ਤਾਂ ਗਾਹ ਲੱਗ ਜਾਂਦੇ। ਮਾੜਾ ਮੋਟਾ ਵੀ ਸ਼ਰਮ ਨਹੀਂ ਹੁੰਦੀ ਆ। ਲੀਡਰ ਲੁੱਡਰ ਜੇ ਤੁਸੀਂ ਦੇਖੋ, ਜਦੋਂ ਇਹਨਾਂ ਦੇ ਬੱਚਿਆਂ ਦੇ ਵਿਆਹ ਹੁੰਦੇ ਵੀ ਕੀ ਕੁਝ ਕੱਢੀ ਘੋਲਦੇ ਹੁੰਦੇ ਸਾਰੇ। ਸ਼ਰਮ ਬਿਲਕੁਲ ਲਾ ਕੇ ਕਿਤੇ ਪੂਰੇ ਸਤਵੇਂ ਸਥਾਨ ਤੇ ਰੱਖ। ਪਾਤ ਨਿਪਾਤ ਪਲਾਸ ਪ੍ਰਕਾਸ਼ੇ। ਇਸ ਤਰ੍ਹਾਂ ਜਦੋਂ ਬਸੰਤ ਰੁੱਤ ਚੜ੍ਹ ਗਈ ਹੈ, ਚੇਤ ਦਾ ਮਹੀਨਾ ਚੜ੍ਹਿਆ ਆ, ਨਾ ਠੰਡ ਹੈ ਨਾ ਗਰਮੀ ਹੈ, ਤੇ ਹਰ ਪਾਸੇ ਫੁੱਲ ਹੀ ਫੁੱਲ ਅਨੇਕਾਂ ਤਰ੍ਹਾਂ ਦੇ ਖਿੜ ਗਏ ਨੇ, ਜਿਨ੍ਹਾਂ ਦੀ ਬੜੀ ਸ਼ੋਭਾ ਹੋ ਰਹੀ ਹੈ। ਜਿਹੜੇ ਪਲਾਹਾਂ ਦੇ ਢੱਕਾਂ ਦੇ ਦਰਖਤ ਹੈ, ਉਹ ਪੱਤਿਆਂ ਤੋਂ ਬਿਨਾਂ ਬੜੇ ਪ੍ਰਕਾਸ਼ ਰਹੇ। ਜਿਤ ਕਿਤ ਅਰੁਣ ਵਰਣ ਕੀ ਭਾਸੇ। ਜਿੱਧਰ ਕਿੱਧਰ ਝਾਤੀ ਮਾਰ ਕੇ ਦੇਖੀ, ਅਰਣ ਕੀ ਲਾਲ ਹੀ ਲਾਲ, ਜਿਹੜਾ ਵਰਣ ਕੀ ਰੰਗ ਹੈ ਉਹ ਪਾਸੇ ਕੀ ਪ੍ਰਤੀਤ ਹੁੰਦਾ ਹੈ। ਹਰ ਪਾਸੇ ਲਾਲ ਰੰਗ ਹੀ ਦਿਸ ਰਿਹਾ ਹੈ, ਕਿਉਂਕਿ ਜਿਹੜਾ ਪਲਾਹ ਦਾ ਦਰਖਤ ਹੈ ਉਹਦੇ ਜਿੰਨੇ ਵੀ ਫੁੱਲ ਹੁੰਦੇ ਲਾਲ ਰੰਗ ਦੇ, ਗੂੜੇ ਰੰਗ ਦੇ ਹੁੰਦੇ ਹਨ। ਇਸ ਕਰਕੇ ਕਹਿੰਦੇ ਪਲਾਹ ਦੇ ਦਰਖਤ ਦੇ ਪੱਤੇ ਬਾਅਦ ਵਿੱਚ ਨਿਕਲਦੇ, ਫੁੱਲ ਪਹਿਲਾਂ ਖਿੜਦੇ ਹੁੰਦੇ। ਆਮ ਹੈ ਵੀ ਪਹਿਲਾਂ ਪੱਤੇ ਨਿਕਲਦੇ, ਬਾਅਦ ਵਿੱਚ ਫੁੱਲ ਲੱਗਦੇ ਤੇ ਫੇਰ ਫਲ ਲੱਗਦੇ ਨੇ। ਇੱਕੋ ਇੱਕ ਇਹ ਪਲਾਹ ਦਾ ਦਰਖਤ, ਢੱਕਦਾ ਦਰਖਤ ਐਸਾ ਹੈ ਜਿਹਦੇ ਪੱਤੇ ਬਾਅਦ ਵਿੱਚ ਤੇ ਫੁੱਲ ਪਹਿਲਾਂ। ਇਸ ਕਰਕੇ ਕਵੀ ਜੀ ਕਹਿ ਰਿਹਾ ਵੀ ਪਲਾਹ ਦੇ ਜਿਹੜੇ ਦਰਖਤ ਪੱਤਿਆਂ ਤੋਂ ਬਿਨਾਂ ਬੜੇ ਪ੍ਰਕਾਸ਼ ਰਹੇ। ਜਿੱਧਰ ਕਿੱਧਰ ਲਾਲ ਹੀ ਰੰਗ ਜਿਹੜਾ ਹੈ ਉਹ ਦਿਸ ਰਿਹਾ ਹੈ। ਚੌਹ ਦਿਸ ਬਨ ਕੀ ਦਿਖੀਅਤ ਭੂਮ। ਚਾਰ ਸਵੇਰੇ ਜਿੱਧਰ ਝਾਤੀ ਮਾਰੀਏ, ਜਿਹੜੀ ਜੰਗਲ ਵਾਲੀ ਧਰਤੀ ਹੈ ਉਹ ਦੇਖੀ ਜਾਂਦੀ ਹੈ। ਜਨ ਗਨ ਅਗਨੀ ਲਾਟ ਅਧੂਮ। ਕਹਿੰਦੇ ਬਹੁਤੀਆਂ ਜਿਹੜੀਆਂ ਅਗਨੀਆਂ ਦੀ ਲਾਟ ਹੈ ਉਹ ਧੂਏ ਤੋਂ ਰਹਿਤ ਨਿਕਲ ਰਹੀ ਹੈ। ਜਿੱਧਰ ਕਿਤੇ ਪੀਲੇ ਰੰਗ ਦੇ ਜਿਹੜੇ ਫੁੱਲ ਹਨ ਖਿੜੇ ਹੋਏ ਨੇ, ਉਹ ਜਾਨੀ ਅਗਨੀ ਦੀ ਲਾਟ ਹੈ, ਧੂਏ ਤੋਂ ਬਗੈਰ। ਉਪਬਨ ਮਹਿ ਗੁਲਾਬ ਚਟਕੀਲੇ। ਬਾਗਾਂ ਦੇ ਵਿੱਚ ਜਿਹੜੇ ਕੋਈ ਗੁਲਾਬ ਦੇ ਫੁੱਲ ਹਨ ਬੜੇ ਚਟਕੀਲੇ ਭੜਕੀਲੇ ਹਨ। ਵਿਕਸਤ ਬੂਟਨ ਸਾਥ ਛਬੀਲੇ। ਜਿਹੜੇ ਫੁੱਲ ਹੈ ਕਹਿੰਦੇ ਗੁਲਾਬ ਦੇ ਫੁੱਲਾਂ ਨਾਲ ਬੜੇ ਕਹਿੰਦੇ ਛਵੀ ਸਾਥ ਸੋਭਾ ਸੈਰ ਵਿਕਸਿਤ ਕੀਏ ਖਿੜ ਰਹੇ ਹਨ। ਕੌਣ ਕੌਣ ਤਰ ਫੂਲਨ ਕੇਰੀ। ਕਹਿੰਦੇ ਹੇ ਸਰੋਤਾ ਜਨੋ, ਜਿਹੜੇ ਫੁੱਲਾਂ ਵਾਲੇ ਦਰਖਤ ਹੈ ਕੌਣ ਕੌਣ ਦੀ ਕਹੀਅਤ ਜਾਤ ਰੁਚਰਤਾ ਹੈਰੀ। ਉਹ ਸੁੰਦਰਤਾ ਦੇਖ ਕੇ ਕਹੀ ਜਾਏ, ਨਹੀਂ ਕਹੀ ਜਾ ਸਕਦੀ ਹੈ। ਸ਼ੋਭਾ ਬਨ ਉਪਬਨ ਕੀ ਬਾਡੀ। ਆਇਆ ਸੁਣ ਲਓ, ਸਮਝ ਲਓ ਵੀ ਜਿਹੜੇ ਬਾਗ ਬਗੀਚੇ ਹਨ, ਜੰਗਲ ਹਨ, ਉਹਨਾਂ ਦੀ ਜਿਹੜੀ ਸ਼ੋਭਾ ਹੈ, ਸੁੰਦਰਤਾ ਅੰਦਰ ਬਹੁਤ ਵੱਧ ਗਈ ਹੈ। ਮਨ ਹੋ ਦਿਖਾਵਨ ਨਿਜ ਤੇ ਕਾਢੀ। ਜੋ ਅੰਦਰ ਕਹਿੰਦੇ ਜਿਹੜੀ ਬਾਗ ਬਗੀਚਿਆਂ ਦੇ ਸ਼ੋਭਾ ਸੀ, ਸੁੰਦਰਤਾ ਸੰਭਾ ਨਹੀਂ ਸਕੀ ਹੈ। ਹੁਣ ਉਹਨਾਂ ਨੇ ਮਾਨੋ
ਲੋਕਾਂ ਨੂੰ ਦਿਖਾਉਣ ਵਾਸਤੇ ਆਪਣੀ ਸੋਭਾ ਸੁੰਦਰਤਾ ਆਪਣੇ ਤੋਂ ਬਾਹਰ ਕੱਢੀ ਹੈ ਫੁੱਲਾਂ ਰਾਹੀਂ। ਵ੍ਰਿੰਦ ਵਿਹੰਗਨ ਬੋਲ ਬਜਨੀਅਤ ਬਸੰਤ ਦੇ ਚੜ੍ਹਨੇ ਕਰਕੇ ਜਿੱਧਰ ਕਿਧਰ ਦਰਖਤਾਂ ਉੱਪਰ ਬੈਠੇ ਹੋਏ ਬਹੁਤ ਬਹੁਤ ਜਿਹੜੇ ਪੰਛੀ ਬੋਲਦੇ ਜਾਣੇ ਜਾਂਦੇ ਹਨ। ਕਾਨਨ ਮਹਿ ਸੁਨੀਅਤ ਜਿਹੜੇ ਕੋਈ ਜੰਗਲਾਂ ਵਿੱਚ ਰਹਿੰਦੇ ਨੇ ਉਹਨਾਂ ਦੇ ਕੰਨਾਂ ਵਿੱਚ ਕਹਿੰਦੇ ਆਵਾਜ਼ਾਂ ਸੁਣੀਆਂ ਜਾਂਦੀਆਂ, ਤਰ੍ਹਾਂ ਤਰ੍ਹਾਂ ਦੇ ਪੰਛੀ ਬੋਲਦੇ ਉਹ ਸੁਣਦੇ ਹਨ। ਰੁੱਤ ਬਸੰਤ ਜਗ ਬਿਦਤ ਛਬੀਲਾ ਇਸ ਤਰ੍ਹਾਂ ਜਿਹੜੀ ਬਸੰਤ ਰੁੱਤ ਹੈ ਸੰਸਾਰ ਦੇ ਵਿੱਚ ਪ੍ਰਗਟ ਹੋ ਰਹੀ ਹੈ, ਬੜੀ ਛਵੀ ਵਾਲੀ ਬੜੀ ਸ਼ੋਭਾ ਵਾਲੀ। ਸਾਤ ਬ੍ਰਿਤ ਸਤਿਗੁਰ ਕੀ ਲੀਲਾ ਸਤਿਗੁਰੂ ਅੰਗਦ ਸਾਹਿਬ ਮਹਾਰਾਜ ਦੀ ਜਿਹੜੀ ਲੀਲਾ ਹੈ ਚੇਸ਼ਟਾ ਹੈ ਉਹ ਸ਼ਾਂਤ ਪਿਰਤੀ ਵਾਲੀ ਹੈ, ਸਤੋ ਗੁਣੀ ਹੈ। ਆਵਤ ਗੋਇੰਦਵਾਲ ਜਦਾਈ ਜਦੋਂ ਵੀ ਗੋਇੰਦਵਾਲ ਸਾਹਿਬ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਆਉਂਦੇ ਹਨ। ਵਿਪਨ ਬਿਲੋਕਤ ਸੁੰਦਰਤਾਈ ਉਸ ਵੇਲੇ ਕਹਿੰਦੇ ਜਿਹੜੀ ਇਹ ਜੰਗਲ ਦੀ ਬਾਗ ਬਗੀਚਿਆਂ ਦੀ ਸੁੰਦਰਤਾਈ ਤੱਕਦੇ ਹਨ। ਤਨ ਕੋ ਤਿਆਗਨ ਚਿਤਵਤ ਚਾਹਤ ਸਤਿਗੁਰੂ ਅੰਗਦ ਸਾਹਿਬ ਵੀ ਸਰੀਰੇ ਹੁਣ ਛੱਡ ਦੇਗੇ, ਉਹ ਸਰੀਰ ਛੱਡਣਾ ਚਾਹੁੰਦੇ ਹਨ। ਗਮਨੈ ਅਬ ਬੈਕੁੰਠ ਉਮਾਹਤ ਇੱਛਾ ਕਰ ਰਹੇ ਹੈ ਵੀ ਸਰੀਰ ਛੱਡ ਕੇ ਹੁਣ ਸੱਚਖੰਡ ਨੂੰ ਚਲੀ ਜਾਈਏ, ਜਿੱਥੇ ਬੈ ਨੁਤ ਬੈਦਾ ਹੁੰਦਾ, ਕੁੰਠ ਨੂੰ ਰੁਕਣਦਾ ਹੈ। ਇਹ ਜਗ੍ਹਾ ਜਿਹੜੀ ਉਹ ਦਵੈਤ ਭਾਵ ਰੁਕ ਜਾਏ, ਖਤਮ ਹੋ ਜਾਏ, ਵੈਸਾ ਸੱਚਖੰਡ ਸਥਾਨ ਹੀ ਹੈ। ਸਭ ਸੰਗਤ ਮਹਿ ਕਹਿ ਬਿਦਤਾਈ ਅਸੀਂ ਹੁਣ ਜੋਤੀ ਜੋਤ ਸਮਾ ਜਾਣਾ ਹੈ। ਇਹ ਜਿਹੜੀ ਗੱਲਬਾਤ ਹੈ ਸਤ ਸੰਗਤ ਵਿੱਚ ਕਹਿ ਕੇ ਸਭ ਨੂੰ ਸੁਣਾ ਦਿੱਤੀ ਹੈ ਸਤਿਗੁਰੂ ਜੀ ਨੇ। ਤਜ ਹੈ ਸਰੀਰ ਅਬ ਹੈ ਚਿਤ ਆਈ ਸਾਡੇ ਚਿੱਤ ਵਿੱਚ ਸਿੱਖੋ ਇਉਂ ਆ ਗਈ ਹੈ ਵੀ ਹੁਣ ਪੰਜ ਭੌਤਿਕ ਸਰੀਰ ਅਸੀਂ ਛੱਡ ਦੇਵਾਂਗੇ ਕੁਝ ਦਿਨਾਂ ਨੂੰ। ਸੁਨ ਸੁਨ ਸਿੱਖ ਹਿਰਦੈ ਬਿਸਮਾਵੈ ਸਿੱਖ ਸੁਣ ਸੁਣ ਕੇ ਹਿਰਦੇ ਵਿੱਚ ਬੜਾ ਆਸ਼ਚਰਜ ਹੋ ਰਹੇ, ਹੱਕਾ ਬੱਕਾ ਹੋ ਰਹੇ। ਵਾਹਿਗੁਰੂ ਤਜ ਦੇਹ ਸਮਾਵੈ ਸਤਿਗੁਰੂ ਅੰਗਦ ਸਾਹਿਬ ਜੀ ਤਾਂ ਹੁਣ ਆਪਣਾ ਪੰਜ ਭੌਤਿਕ ਸਰੀਰ ਛੱਡ ਕੇ ਵਾਹਿਗੁਰੂ ਵਿੱਚ ਸਮਾ ਜਾਣਗੇ। ਜਹ ਕਹੈ ਪਸਰ ਗਈ ਇਮ ਬਾਤੀ ਇਹ ਜਿਹੜੀ ਗੱਲਬਾਤ ਹੈ ਵੀ ਗੁਰੂ ਅੰਗਦ ਸਾਹਿਬ ਜੀ ਹੁਣ ਵੀ ਸਰੀਰ ਛੱਡ ਕੇ ਵਾਹਿਗੁਰੂ ਵੀ ਸਮਾ ਜਾਣਗੇ, ਹਰ ਪਾਸੇ ਫੈਲ ਗਈ ਹੈ। ਤੂੰ ਸੁਨਤ ਭਰ ਆਵਤ ਛਾਤੀ ਜਿਹੜੇ ਸਤਿਗੁਰੂ ਦੇ ਪ੍ਰੇਮੀ ਨੇਮੀ ਗੁਰਸਿੱਖ ਆ ਉਹਨਾਂ ਨੂੰ ਸੁਣ ਸੁਣ ਕੇ ਹਿਰਦੇ ਵਿੱਚ ਕਹਿੰਦੇ ਉਹ ਛਾਤੀ ਭਰ ਆਉਂਦੀ ਹੈ, ਦਿਲ ਜਾ ਘਬਰਾਉਂਦਾ ਹੈ। ਊਚ ਨੀਚ ਜੁਤ ਚਾਰਹ ਵਰਨਾ ਉੱਚੇ ਨੀਚੀਆਂ ਜਾਤੀਆਂ ਦੇ ਸਮੇਤ ਚਾਰੇ ਵਰਨਾਂ ਦੇ ਲੋਕ ਹਨ। ਸੁਨ ਸੁਨ ਹਿਰਦੈ ਬਿਸਮਤਾ ਕਰਨਾ ਗੁਰੂ ਅੰਗਦ ਸਾਹਿਬ ਜੀ ਜੋਤੀ ਜੋਤ ਸਮਾਉਣ ਦੀਆਂ ਤਿਆਰੀਆਂ ਕਰ ਰਹੇ ਹੋ, ਸੁਣ ਸੁਣ ਕੇ ਸਾਰਿਆਂ ਦੇ ਹਿਰਦੇ ਵਿੱਚ ਚਰਿਤਾ ਹੋ ਰਹੀ ਹੈ, ਚਰਿਤਾ ਕਰ ਰਹੇ ਹੈ। ਪੂਰਬ ਕਹੈ ਸਮਾਵਹਿ ਫੇਰ ਉਹ ਵੀ ਕਹਿੰਦੇ ਵੀ ਪਹਿਲਾਂ ਹੀ ਸਤਿਗੁਰੂ ਸਾਹਿਬ ਜੀ ਦੱਸ ਦਿੰਦੇ ਵੀ ਹੁਣ ਅਸੀਂ ਪੰਜ ਭੌਤਿਕ ਸਰੀਰ ਚ ਛੱਡ ਜਾਣਾ ਹੈ ਤੇ ਫੇਰ ਮਹਾਰਾਜ ਜੋਤੀ ਜੋਤ ਸਮਾਉਂਦੇ। ਕਰਾਮਾਤ ਕੇ ਧਨੀ ਵਡੇਰ ਗੁਰੂ ਨਾਨਕ ਸਾਹਿਬ ਜੀ ਵਾਂ ਗੁਰੂ ਅੰਗਦ ਸਾਹਿਬ ਜੀ ਸ਼ਕਤੀਆਂ ਦੇ ਮਹਾਨ ਮਾਲਕ ਹਨ, ਬਹੁਤ ਵੱਡੇ। ਜਹ ਕਹਿ ਸਿੱਖ ਬਹੁ ਸੁਨ ਸੁਨ ਆਵੈ ਜਿੱਥੇ ਕਿੱਥੇ ਜਿਹੜੇ ਗੁਰੂ ਕੇ ਸਿੱਖ ਹੈ ਸੁਣ ਸੁਣ ਕੇ ਚਲੇ ਆਉਂਦੇ ਹਨ। ਦਰਸਹਿ ਸਤਿਗੁਰੂ ਬਾਹਰ ਸਮਾਵੈ ਸਤਿਗੁਰੂ ਦੇ ਚੱਲ ਕੇ ਖਡੂਰ ਸਾਹਿਬ ਵਿਖੇ ਦਰਸ਼ਨ ਦੀਦਾਰ ਕਰ ਲਈਏ, ਨਹੀਂ ਤਾਂ ਫਿਰ ਉਹਨਾਂ ਨੇ ਜੋਤੀ ਜੋਤ ਸਮਾ ਜਾਣਾ ਹੈ। ਅਪਰ ਲੋਕ ਅਵਲੋਕਨ ਕਾਰਨ ਗੁਰੂ ਕੇ ਸਿੱਖਾਂ ਤੋਂ ਬਗੈਰ ਹੋਰ ਜਿਹੜੇ ਲੋਕ ਉਹ ਵੀ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰ ਕਰਨ ਲਈ ਤੱਕਣ ਲਈ ਆਵੈ ਆਵਹਿ ਕਰਤੇ ਸੁਜਸ ਉਚਾਰਨ ਵਿੱਚ ਸਤਿਗੁਰੂ ਅੰਗਦ ਸਾਹਿਬ ਜੀ ਦਾ ਸੇਸ਼ ਜਸ ਉਚਾਰਨ ਕਰਦੇ ਚਲੇ ਆਉਂਦੇ ਹਨ। ਸੁਨ ਸ੍ਰੀ ਅਮਰ ਅਦਿਕ ਅਕੁਲਾਏ ਇਧਰ ਸਤਿਗੁਰੂ ਅਮਰਦਾਸ ਸਾਹਿਬ ਜੀ ਸੁਣ ਕੇ ਸ੍ਰੀ ਗੋਇੰਦ
ਗੋਇੰਦਵਾਲ ਸਾਹਿਬ ਵਿੱਚ ਬਹੁਤ ਵਿਆਕੁਲਤਾ ਵਿੱਚ ਹੀ ਆ ਗਏ, ਘਬਰਾ ਵਿੱਚ ਹੀ ਆ ਗਏ। ਨਹਿ ਪਹੁੰਚਹਿ ਟਿਗ ਬਿਨਾ ਬੁਲਾਏ। ਸਤਿਗੁਰੂ ਦੇ ਬੁਲਾਇਆ ਤੋਂ ਬਗੈਰ ਤਾਂ ਅਸੀਂ ਕੋਲ ਪੁੱਜ ਨਹੀਂ ਸਕਦੇ, ਜਾ ਨਹੀਂ ਸਕਦੇ ਹਾਂ। ਘਟੀ ਕਲਪ ਸਮ ਬੀਤਹਿ ਤਾਈ। ਇਸ ਕਰਕੇ ਆਪ ਜੀ ਨੂੰ ਕਹਿੰਦੇ ਜਿਹੜੀ ਘੜੀ ਦਾ ਸਮਾਂ ਹੈ ਉਹ ਕਲਪ ਦੇ ਸਮਾਨ ਬੀਤਦਾ, ਬ੍ਰਹਮੇ ਦੇ ਦਿਨ ਦੇ ਸਮਾਨ ਲੰਘਦਾ ਹੈ। ਕਰਤ ਅਰਾਧਨ ਬਹੁ ਮਨ ਮਾਹੀ। ਜਦੋਂ 1000 ਯੁੱਗ ਦੀ ਚੌਕੜੀ ਬੀਤ ਜਾਏ ਫਿਰ ਬ੍ਰਹਮਾ ਦਾ ਇੱਕ ਦਿਨ ਹੁੰਦਾ, ਉਹਨੂੰ ਕਲਪ ਦਿਨ ਕਿਹਾ ਜਾਂਦਾ ਹੈ। ਸ੍ਰੀ ਅੰਗਦ ਲਖ ਅੰਤਰ ਜਾਮੇ। ਜਿਹੜੀ ਪੰਕਤੀ ਪੜ੍ਹਦੇ ਕਰਤ ਅਰਾਧਨ ਬਹੁ ਮਨ ਮਾਹੀ। ਆਪਣੇ ਮਨ ਦੇ ਵਿੱਚ ਬਹੁਤ ਹੀ ਆਰਾਧਨਾ ਕਰਦੇ ਹਨ। ਸ੍ਰੀ ਅੰਗਦ ਲਖ ਅੰਤਰ ਜਾਮੇ। ਇਹ ਸਤਿਗੁਰੂ ਅੰਗਦ ਸਾਹਿਬ ਮਹਾਰਾਜ ਅੰਤਰ ਜਾਮੀ ਹੈ, ਜਾਣ ਕੇ ਸਮਝ ਕੇ ਪਠਿਓ ਹਕਾਰਨ ਸਿੱਖ ਤਬ ਸੁਆਮੀ। ਸਵਾਮੀ ਸਤਿਗੁਰੂ ਜੀ ਨੇ ਅਮਰਦਾਸ ਸਾਹਿਬ ਜੀ ਨੂੰ ਬੁਲਾਉਣ ਵਾਸਤੇ ਇੱਕ ਸਿੱਖ ਨੂੰ ਭੇਜ ਦਿੱਤਾ ਸ੍ਰੀ ਗੋਇੰਦਵਾਲ ਵਿਖੇ। ਸਾਦਰ ਜਾਏ ਅਵਾਹਨ ਕੀਨੇ। ਸਿੱਖ ਗਿਆ, ਉਸਨੇ ਬੜੇ ਸਤਿਕਾਰ ਨਾਲ ਜਾ ਕੇ ਸਤਿਗੁਰੂ ਬੁਲਾਣਾ ਕੀਤਾ, ਸਤਨਾ ਕੀਤਾ ਹੈ। ਸੁਨਤ ਚੱਲਿਓ ਜਲ ਸੋ ਦ੍ਰਿਗ ਪੀਨੇ। ਗੁਰੂ ਅਮਰਦਾਸ ਸਾਹਿਬ ਜੀ ਸੁਣ ਕੇ ਚੱਲੇ ਹਨ। ਨੇਤਰ ਜਿਹੜੇ ਉਹ ਪਾਣੀ ਨਾਲ ਭਿੱਜ ਗਏ ਹਨ ਵਿਰਾਗ ਵਿਛੋੜੇ ਕਰਕੇ। ਤਾਤ ਕਾਲ ਗੁਰ ਦਰਸ਼ਨ ਕਰਿਓ। ਬੜੀ ਛੇਤੀ ਆ ਕੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ ਨੇ। ਤੂਰਨ ਕਰਤ ਚਰਨ ਪਰ ਭਰਿਓ। ਬਹੁਤ ਹੀ ਕਾਹਲੀ ਕਰਦਿਆਂ ਗੁਰੂ ਅੰਗਦ ਸਾਹਿਬ ਦੇ ਚਰਨਾਂ ਦੇ ਉੱਪਰ ਡਿੱਗ ਪਏ ਹਨ, ਪੈ ਗਏ ਹਨ। ਦਰਵੀ ਬਿਲੋਚਨ ਤੇ ਜਲ ਧਾਰਾ। ਸਵੇਰੇ ਵਿਰਾਗ ਵਿੱਚ ਨੇਤਰਾਂ ਵਿੱਚੋਂ ਪਾਣੀ ਦੀ ਧਾਰਾ ਚੱਲ ਪਈ ਹੈ। ਮਨਹੁ ਪ੍ਰੇਮ ਕੋ ਛੁਟਿਓ ਫੁਹਾਰਾ। ਸਮਝ ਲੋ ਮਾਨੋ ਅੰਦਰਲਾ ਜਿਹੜਾ ਪ੍ਰੇਮ ਪਿਆਰ ਹੈ ਉਹਦਾ ਫੁਹਾਰਾ ਹੀ ਛੁੱਟ ਪਿਆ ਹੈ ਜਲ ਰਾਹੀਂ। ਵਿਆਕੁਲ ਪਰਮ ਜਾਨ ਕਰ ਦਾਸਾ। ਸਵੇਰੇ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਬਹੁਤ ਹੀ ਵਿਆਕੁਲ ਜਿਹਾ ਜਾਣ ਕੇ ਸ੍ਰੀ ਅੰਗਦ ਮੁਖ ਬਾਕ ਪ੍ਰਕਾਸ਼ਾ। ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਆਪਣੇ ਬੁਖਾਰ ਬੰਤੋਂ ਬਚਨ ਕਿਹਾ ਹੈ। ਸੁਨ ਪੁਰਖਾ ਪੂਰਨ ਤੁਮ ਗਿਆਨ। ਪੁਰਖ ਤੂੰ ਸੁਣ ਲੈ, ਤੇਰੇ ਅੰਦਰ ਤਾਂ ਪੂਰਨ ਬ੍ਰਹਮ ਗਿਆਨ ਹੈ। ਪਰਮ ਧਾਮ ਮੈਂ ਕਰਾਂ ਪਿਆਨ। ਇਸ ਕਰਕੇ ਤੂੰ ਕਿਉਂ ਇਹ ਘਬਰਾਉਣਾ ਹੈ, ਕਿਉਂ ਵਿਆਕੁਲਤਾ ਵਿਜਾਉਣਾ ਹੈ? ਤੈਨੂੰ ਪੂਰਨ ਗਿਆਨ ਹੈ। ਅਸੀਂ ਹੁਣ ਆਪਣੇ ਧਾਮ ਸੱਚਖੰਡ ਵੀ ਜੀ ਜਾਣਾ ਹੈ। ਹਰਖ ਸੋਕ ਮਨ ਮਹਿ ਨਹਿ ਕੋ। ਇਸ ਕਰਕੇ ਤੁਹਾਡੇ ਮਨ ਦੇ ਵਿੱਚ ਵੀ ਤੇ ਸਾਡੇ ਮਨ ਦੇ ਵਿੱਚ ਕੋਈ ਕਮੀ ਨਹੀਂ ਹੈ। ਤੂੰ ਪਰ ਤਖਿਆ ਰੂਪ ਮਮ ਹੋ। ਕਿਉਂਕਿ ਤੂੰ ਤਾਂ ਪ੍ਰਗਟ ਪ੍ਰਤਾਖੀ ਸਾਡਾ ਸਰੂਪ ਹੀ ਹੋ ਗਿਆ। ਹਰ ਹਰ ਜੰਦੂ ਇਹ ਕਿ ਵਿਚਾਰ ਕਸ਼ਨਾਏ ਵਾਲੀ ਗੱਲ ਹੋ ਗਈ। ਦੇਹ ਅਛਾਤ ਗਿਆਨੀ ਜਗ ਐਸੇ। ਸਰੀਰ ਦੇ ਹੁੰਦਿਆਂ ਹੋਇਆਂ ਜਿਹੜਾ ਬ੍ਰਹਮ ਗਿਆਨੀ ਹੈ ਉਹ ਸੰਸਾਰ ਦੇ ਵਿੱਚ ਐਸੇ ਹੁੰਦਾ ਹੈ। ਭਰਿਓ ਕੁੰਭ ਸਾਗਰ ਰਹਿ ਜੈਸੇ। ਜਿਹੜਾ ਭਰਿਆ ਹੋਇਆ ਘੜਾ ਸਮੁੰਦਰ ਦੇ ਵਿੱਚ ਰਹਿ ਰਿਹਾ ਹੋਵੇ, ਸਮੁੰਦਰ ਦੇ ਵਿੱਚ ਟਿਕਾਇਆ ਹੋਵੇ। ਘਟ ਫੂਟੇ ਜਲ ਸੋ ਜਲ ਮਿਲੈ। ਸਮੁੰਦਰ ਦੇ ਵਿੱਚ ਭਰ ਕੇ ਘੜਾ ਰੱਖਿਆ, ਘੜਾ ਫੁੱਟਵੇ, ਸਮੁੰਦਰ ਦੇ ਜਲ ਦੇ ਵਿੱਚ ਜੋ ਘੜੇ ਦਾ ਜਲ ਮਿਲ ਜਾਂਦਾ ਹੈ। ਤਨ ਤਜ ਗਿਆਨੀ ਬ੍ਰਹਮ ਸੋ ਰਲੈ। ਇਸੇ ਤਰ੍ਹਾਂ ਜਿਹੜਾ ਬ੍ਰਹਮ ਗਿਆਨੀ ਉਹ ਵੀ ਆਪਣਾ ਪੰਜ ਭੌਤਿਕ ਸਰੀਰ ਜਿਹਾ ਛੱਡ ਕੇ ਘੜੇ ਦੇ ਜਲ ਵਾਂਗ ਸਮੁੰਦਰ ਰੂਪ ਜਿਹੜਾ ਜਲ ਬ੍ਰਹਮ ਹੈ ਉਹਦੇ ਵਿੱਚ ਜਾ ਮਿਲਦਾ, ਪਰਮੇਸ਼ਰ ਸਮੁੰਦਰ ਵਿੱਚ ਲੀਨ ਹੋ ਜਾਂਦਾ ਹੈ। ਆਵਨ ਨਹਿ ਮੇਰੋ ਨਹਿ ਜਾਵਾਂ। ਇਸ ਕਰਕੇ ਹੀ ਅਮਰਦਾਸ ਸਾਹਿਬ ਜੀ ਸਾਡਾ ਜਿਹੜਾ ਆਉਣਾ ਜਾਣਾ ਤਾਂ ਹੈ ਨਹੀਂ ਹੈ। ਪਰਮਾਤਮ ਨਿਜ ਰੂਪ ਸਮਾਵਾਂ। ਸਾਡਾ ਆਪਣਾ ਸਰੂਪ ਪਰਮਾਤਮਾ ਆਪਣਾ ਹੈ। ਪਰਮਾਤਮਾ ਉਹਦੇ ਵਿੱਚ ਹੀ ਆਪਣੇ ਸਵੈ ਸਰੂਪ ਵਿੱਚ ਹੀ ਅਸੀਂ ਸਮਾ ਜਾਣਾ ਹੈ। ਪੁਨ
ਸਿੱਖਿਅਨ ਸੋ ਗਿਰਾ ਉਚਾਰੀ। ਕਿਉਂ ਅਮਰਦਾਸ ਸਾਹਿਬ ਜੀ ਨੂੰ ਕਹਿ ਕਿ ਉਸ ਤੋਂ ਬਾਅਦ ਜਿਹੜੇ ਸਿੱਖ ਵਿਰਾਗ ਕਰ ਰਹੇ ਸੀ ਉਹਨਾਂ ਨੂੰ ਬਚਨ ਬਾਣੀ ਕਿਹਾ ਹੈ। ਉਠ ਆਨਹੁ ਗਾਗਰ ਭਰ ਬਾਰੀ। ਇਹ ਵੀ ਵਿਰਾਗ ਕਰਨਾ ਛੱਡੋ ਤੇ ਉੱਠ ਕੇ ਤੁਸੀਂ ਜਾਓ, ਪਾਣੀ ਦੀ ਗਾਗਰ ਭਰ ਕੇ ਲੈ ਆਓ। ਅਮਰਦਾਸ ਇਸ਼ਨਾਨ ਕਰਾਵਹੁ। ਗਾਗਰ ਦੇ ਜਲ ਦੇ ਨਾਲ ਅਮਰਦਾਸ ਸਾਹਿਬ ਜੀ ਦਾ ਸੋਹਣੇ ਢੰਗ ਨਾਲ ਇਸ਼ਨਾਨ ਕਰਵਾਓ। ਸਭ ਸੰਗਤ ਕੋ ਮੇਲ ਕਰਾਵਹੁ। ਬਾਕੀ ਸਿੱਖੋ ਜਿੰਨੀਆਂ ਗੁਰੂ ਕੀਆਂ ਸਿੱਖ ਸੰਗਤਾਂ ਬਾਹਰੋਂ ਆਈਆਂ ਉਹਨਾਂ ਦਾ ਜੋੜ ਮੇਲ ਕਰਾਓ, ਇੱਕ ਥਾਂ ਇਕੱਠ ਕਰ ਲਓ। ਦੋਨੋਂ ਪੁੱਤਰ ਹਕਾਰਨ ਕਰੋ। ਇਸੇ ਤਰ੍ਹਾਂ ਦੋਵੇਂ ਜਿਹੜੇ ਸੁਪੁੱਤਰ ਹਨ ਦਾਸੂ ਤੇ ਦਾਸੂ ਜੀ ਉਹ ਵੀ ਸੰਗਤ ਵਿੱਚ ਹੀ ਇਕੱਠ ਵਿੱਚ ਹੀ ਸੱਦ ਲਓ। ਮਮ ਤਿਆਰੀ ਹੈ ਦੇਰ ਨਾ ਧਰੋ। ਇਸ ਕਰਕੇ ਸਾਡੀ ਤਾਂ ਹੁਣ ਜੋਤੀ ਜੋਤ ਸੌਣ ਦੀ ਬਿਲਕੁਲ ਤਿਆਰੀ ਹੈ, ਕੋਈ ਦੇਰੀ ਨਾ ਕਰੋ, ਢਿੱਲ ਮੱਠ ਨਾ ਕਰੋ, ਛੇਤੀ ਕਰੋ ਇਹ ਸਭ ਕੁਝ। ਸੰਸਕਾਰਨ ਕੀ ਸੌਜ ਵਿਸਾਲਾ। ਜਿਵੇਂ ਸਰੀਰ ਦਾ ਅੰਤਮ ਸੰਸਕਾਰ ਕਰਨਾ, ਸੰਸਕਾਰ ਕਰਨਾ, ਉਹ ਵੀ ਸਾਰੀ ਸਮਗਰੀ ਮੰਗਾ ਲਓ। ਕਰੋ ਇਕੱਤਰ ਸਕਲ ਤਤਕਾਲਾ। ਸਾਰਾ ਕੁਛ ਬੜੀ ਛੇਤੀ ਇਕੱਠਿਆਂ ਕਰ ਲਵੋ। ਪੈਸੇ ਪੰਜ ਨਰੇਲ ਅਨਵਾਹਾ। ਇਸੇ ਤਹਲੀ ਪੰਜ ਪੈਸੇ ਪੰਜ ਨਰੇਲ ਅਨਾਵਹੁ। ਪੰਜ ਪੈਸੇ ਤੇ ਇੱਕ ਜਿਹੜਾ ਨਾਲੀਰ ਹੈ ਉਹ ਵੀ ਮੰਗਵਾ ਲਓ। ਫੂਲਨ ਮਾਲ ਵਿਸਾਲ ਬਣਾਵਹੁ। ਫੁੱਲਾਂ ਦੀਆਂ ਜਿਹੜੀਆਂ ਮਾਲਾ ਹਨ ਉਹ ਵੀ ਤੁਸੀਂ ਬਣਾ ਲਓ, ਤਿਆਰ ਕਰ ਲਓ। ਤਿਲ ਚੰਦਨ ਕੇਸਰ ਕੋ ਆਨਹੁ। ਜਿਹੜਾ ਤਿਲ ਹੈ ਤੇ ਚੰਦਨ ਹੈ ਤੇ ਕੇਸਰਾ ਦੇ ਘੇ ਵੀ ਲੈ ਆਓ। ਪੁਸਾ ਪੁਨੀਤ ਲੀਪ ਬੋਠਾਨਾ। ਇਸ ਤਰ੍ਹਾਂ ਜਿੱਥੇ ਸਾਡਾ ਉਹ ਚਿਖਾ ਬਣਾਉਣੀ ਉਹ ਤੁਹਾਨੂੰ ਲੇਪਨ ਕਰੋ, ਹੋਰ ਸਾਜੋ ਸਮਾਨ ਲੈ ਆਓ ਸਭ ਕੁਛ। ਦੋਹਰਾ ਸ੍ਰੀ ਗੁਰ ਅੰਗਦ ਕੀ ਸੁਣੀ। ਇਸ ਤਰ੍ਹਾਂ ਸਤਿਗੁਰੂ ਅੰਗਦ ਸਾਹਿਬ ਮਹਾਰਾਜ ਦੇ ਮੁਖ ਤੋਂ ਜੋ ਕੋਈ ਵਚਨ ਬਿਲਾਸ ਹੋਇਆ ਇਸ ਨੂੰ ਸਾਰਿਆਂ ਸਿੱਖ ਸੰਗਤਾਂ ਨੇ ਸੁਣਿਆ ਹੈ। ਆਇਸ ਸਿੱਖ ਸਮਸਤ। ਜਿੰਨੇ ਵੀ ਸਿੱਖ ਸੇਵਕ ਹੈ ਸਮਸਤ ਨਹੀਂ ਸਮਸਤ ਪਾਠ ਹੁੰਦਾ, ਜਿੱਥੇ ਵੀ ਆਏ ਸਾਰੇ ਸਿੱਖਾਂ ਨੇ ਸੁਣਿਆ ਗਏ ਹਨ। ਬਿਸਮਤ ਹੋਏ ਲਾਗੇ ਕਰਨ। ਸਾਰੇ ਚਲਜੇ ਹੋ ਕੇ ਤਿਆਰੀ ਕਰਨ ਲੱਗ ਪਏ ਹਨ। ਪੂਜੈ ਕਰਹਿ ਨਮਸਤ। ਨਾਲੇ ਗੁਰੂ ਮਹਾਰਾਜ ਦੀ ਪੂਜਾ ਕਰਦੇ, ਨਾਲੇ ਆ ਕੇ ਮੱਥੇ ਟੇਕਦੇ, ਨਮਸਕਾਰਾਂ ਕਰਦੇ। ਚੌਪਈ ਤਬ ਸ੍ਰੀ ਅਮਰ ਠਾਨ ਇਸ਼ਨਾਨਾ। ਉਸ ਵੇਲੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਇਸ਼ਨਾਨ ਕਰ ਲਿਆ ਹੈ। ਨਿਮਰ ਹੋਏ ਕਰ ਨਿਕਟ ਮਹਾਨਾ। ਉਸ ਤੋਂ ਬਾਅਦ ਫਿਰ ਬਹੁਤ ਹੀ ਨਿਮਰਤਾ ਦੇ ਸਹਿਤ ਹੋ ਕੇ ਨੀਵਿਆਂ ਹੋ ਕੇ ਮਹਾਨ ਬੈਠੇ ਬੰਦਨ ਕਰ ਪਗ ਕੰਜ। ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਰਨਾਂ ਕਮਲਾਂ ਤੇ ਨਮਸਕਾਰ ਕਰਕੇ ਆਪ ਨੇੜੇ ਹੋ ਕੇ ਚੌਕੜਾ ਮਾਰ ਕੇ ਬੈਠ ਗਏ। ਆਨ ਮਿਲੀ ਸੰਗਤ ਸਭ ਪੁੰਜ। ਜਿੰਨੀ ਵੀ ਸਮੂਹ ਸਿੰਘ ਸੰਗਤ ਸੀ ਉਹ ਆ ਕੇ ਇਕੱਠੀ ਹੋ ਗਈ, ਮਿਲ ਗਈ ਹੈ। बीच बिराज है सतगुर बैसे। ਜਿਹੜੀਆਂ ਸਿੱਖ ਸੰਗਤਾਂ ਉਹਨਾਂ ਦੇ ਵਿੱਚ ਬੈਠੇ ਹੋਏ ਗੁਰੂ ਅੰਗਦ ਸਾਹਿਬ ਜੀ ਵਿਰਾਜੇ ਹੋਏ ਆ, ਸਜ ਰਹੇ। ਸਭ ਗ੍ਰਹਿ ਮਹਿ ਸੂਰਜ ਹੋਏ ਜੈਸੇ। ਕਹਿੰਦੇ ਜਿਹੜੇ 9 ਗ੍ਰਹਿ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਕਹਿੰਦੇ ਸੂਰਜ ਸਜਦਾ ਹੁੰਦਾ ਹੈ, ਇਸ ਤਰ੍ਹਾਂ ਸਾਰੀਆਂ ਸਿੱਖ ਸੰਗਤਾਂ ਵਿੱਚ ਗੁਰੂ ਮਹਾਰਾਜ ਸਜ ਰਹੇ ਹੈ ਸੂਰਜ ਵਾਂਗ। ਨਿਸ਼ਾ ਅਵਿਦਿਆ ਨਿਕਟ ਨਾ ਆਵੇ। ਗੁਰੂ ਮਹਾਰਾਜ ਸੂਰਜ ਦੇ ਕੋਲ ਜਿਹੜੀ ਅਵਿਦਿਆ ਰੂਪੀ ਜਿਹੜੀ ਰਾਤ ਹੈ ਹਨੇਰੀ, ਉਹ ਨੇੜੇ ਨਹੀਂ ਆ ਰਹੀ ਹੈ। ਨਿੰਦਕ ਤਸਕਰ ਦੇਖ ਭਲਾਵੇ। ਜਿਹੜੇ ਗੁਰੂ ਘਰ ਦੇ ਨਿੰਦਕ ਹੈ ਚੋਰਾਂ ਵਾਂਗ, ਉਹ ਦੇਖ ਦੇਖ ਕੇ ਭਜਦੇ ਨੱਠਦੇ ਹਨ। ਪੇਚਕ ਬੇਮੁਖ ਅੰਦੇ ਰਹੇ।
ਜਿਹੜੇ ਕਹਿੰਦੇ ਨਿੰਦਕ ਲੋਕ ਉਲੂਆਂ ਵਰਗੇ ਆ, ਕਹਿੰਦੇ ਗੁਰੂ ਰੂਪੀ ਸੂਰਜ ਦੇ ਬੈਠਣ ਕਰਕੇ ਉਹਨੇ ਹੋ ਰਹੇ। ਨਹੀਂ ਪ੍ਰਕਾਸ਼ ਮਹਾਤਮ ਲਹੇ। ਗੁਰੂ ਦਾ ਤੇਜ ਪ੍ਰਕਾਸ਼, ਤੇਜ ਪ੍ਰਤਾਪ ਜਿਹੜਾ ਪ੍ਰਕਾਸ਼ ਹੈ ਉਹ ਮਹਾਤਮ ਨੂੰ ਜਾਣ ਨਹੀਂ ਰਹੇ, ਉਹਨਾਂ ਨੂੰ ਦੇਸੀ ਨਹੀਂ ਰਿਹਾ। ਸੰਤ ਕਮਲ ਬਿਕਸੇ ਬਰਖਾ ਹਰ ਖਾਏ। ਸੰਤਾਂ ਰੂਪੀ ਜਿਹੜੇ ਕਵਲ ਹੈ ਉਹ ਕਹਿੰਦੇ ਖੁਸ਼ ਹੋ ਗਏ, ਖਿੜ ਗਏ ਹਨ। ਅਲ ਜਗਿਆਸੀ ਜਹ ਮੰਡਰਾਏ। ਜਿੱਥੇ ਜਗਿਆਸੂ ਰੂਪੀ ਜਿਹੜੇ ਪੌਰੇ ਆ ਉਹ ਸਤਿਗੁਰੂ ਦੇ ਹਰ ਤਰਫ ਹੀ ਕਹਿੰਦੇ ਚੱਕਰ ਲਾ ਰਹੇ ਆ, ਘੁੰਮ ਰਹੇ। ਮਤ ਬਹੁ ਰੀਤ ਉਡਗ ਜਗ ਮਾਹੀ। ਆ ਸੰਸਾਰ ਦੇ ਜਿਹੜੇ ਬਹੁਤੇ ਮਤ ਇਹ ਤਾਰਿਆਂ ਵਾਂਗ ਹੈ। ਪਰਮ ਪ੍ਰਕਾਸ਼ ਸੋ ਪਾਵਤ ਨਾਹੀ। ਗੁਰੂ ਮਹਾਰਾਜ ਦੇ ਸੂਰਜ ਵਾਂਗ ਹੋਣ ਕਰਕੇ ਬਹੁਤਾ ਇਹ ਪ੍ਰਕਾਸ਼ ਨਹੀਂ ਪਾਉਂਦੇ, ਬਹੁਤਾ ਇਹਨਾਂ ਦਾ ਕੋਈ ਫਲ ਫਲਾ ਹੈ ਨਹੀਂ ਹਨ ਮਤਾਂ ਦਾ। ਕੈਰਵ ਕਾਨਨ ਗਨ ਦੁਰਚਾਰੀ। ਇਸ ਤਰ੍ਹਾਂ ਜਿਵੇਂ ਕਹਿੰਦੇ ਕਵੀਆਂ ਦਾ ਬਗੀਚਾ ਹੁੰਦਾ, ਇਸ ਤੇ ਵਾਂਗ ਜਿਹੜੇ ਕੋਈ ਖੋਟੇ ਚਾਰ ਵਾਲੇ, ਭੈੜੇ ਚਾਰ ਵਾਲੇ, ਕਰਤੱਵ ਕਰਨ ਵਾਲੇ ਮਨੁੱਖ ਸਭ ਮੁਰਝਾਏ ਰਹੇ ਤਿਸ ਬਾਰੀ। ਗੁਰੂ ਮਹਾਰਾਜ ਦੇ ਸੂਰਜ ਰੂਪ ਹੋਣ ਕਰਕੇ ਸਾਰੇ ਮੁਰਝਾਰੇ ਕੁਮਲਾਰੇ। ਸਤਗੁਣ ਜਾਤ ਨਰ ਜਾਗਤ ਭਏ। ਦੈਵੀ ਗੁਣਾ ਵਾਲੇ ਜਿਹੜੇ ਪੁਰੇ ਸ਼ਾਇ ਮਾਨੋ ਜਿਵੇਂ ਸੂਰਜ ਚੜ੍ਹ ਜਾਂਦਾ ਹੈ, ਜਾਗ ਪੈਂਦੇ ਆ, ਜਾਗ ਪਏ। ਵਿਖਈ ਜੀਵ ਤਮ ਚਰ ਸੁਪਤਏ। ਇਸ ਤਰ੍ਹਾਂ ਜਿਹੜੇ ਵਿਸ਼ਈ ਜੀਵ ਹੈ ਉਹ ਕਹਿੰਦੇ ਜਿਵੇਂ ਰਾਤ ਨੂੰ ਫਿਰਨ ਵਾਲੇ ਜੀਵ ਹੁੰਦੇ, ਉਹਦੇ ਵਾਂਗੂ ਸੌਂ ਗਏ ਉੱਲੂ। ਦਿਨ ਚੜੇ ਚੌਂਕਿਤਾ ਇਹ ਸੌ ਜਾਂਦੇ ਹਨ, ਉਹ ਸੌ ਗਏ ਆ ਵਿਸ਼ਈ ਲੋਕ ਪੰਬਰ। ਜਾਗਰਤ ਕਰ ਹੈ ਸੋ ਆਦ ਇਸ਼ਨਾਨ। ਜਿਹੜੇ ਕੋਈ ਜਾਗਣ ਵਾਲੇ ਪੁਰਸ਼ ਜਾਗ ਕੇ ਇਸ਼ਨਾਨ ਆਦਿਕ ਦੀ ਕਿਰਿਆ ਕਰ ਰਹੇ। ਤਿਮ ਸਿੱਖ ਲੱਗੇ ਭਗਤ ਅਰ ਗਿਆਨ। ਇਸੇ ਤਰ੍ਹਾਂ ਗੁਰੂ ਕੇ ਸਿੱਖ ਵੀ ਗੁਰੂ ਰੂਪੀ ਸੂਰਜ ਦੇ ਚਰਨ ਕਰਕੇ ਭਗਤੀ ਤੇ ਕਰਮ ਗਿਆਨ ਦੇ ਜੁੜ ਗਏ। ਇਸ਼ਨਾਨ ਕਰ ਲਗ ਪਏ ਮਾਨੋ। ਸੁਪਤ ਰਹੇ ਵਿਸ਼ਿਆਨ ਕੋ ਸੇਵ। ਜਿਹੜੀ ਵਿਸ਼ਿਆਂ ਦੀ ਸੇਵਾ ਕਰਨ, ਵਿਸ਼ਿਆਂ ਵਿੱਚ ਫਸੇ ਉਹ ਸੁੱਤੇ ਰਹਿ ਗਏ। ਨਹੀਂ ਪਛਾਣ ਸਕੇ ਗੁਰ ਭੇਵ। ਗੁਰੂ ਰੂਪੀ ਸੂਰਜ ਦਾ ਜਿਹੜਾ ਭੇਤ ਹੈ ਪਛਾਣ ਨਹੀਂ ਸਕੇ ਵੀ ਕੈਸੇ ਪ੍ਰਕਾਸ਼ਵਾਨ ਸਤਿਗੁਰੂ ਤੇਜ ਪ੍ਰਤਾਪ ਵਾਲੇ। ਤਬ ਸ੍ਰੀ ਅੰਗਦ ਮੁਖ ਪਰ ਲਾਲੀ। ਉਹ ਸੰਗਤ ਵਿੱਚ ਬੈਠਿਆ ਤਦੋਂ ਗੁਰੂ ਅੰਗਦ ਸਾਹਿਬ ਦੇ ਚਿਹਰੇ ਉੱਪਰ ਬੜੀ ਲਾਲੀ ਹੈ। ਖਿਰਿਓ ਕਮਲ ਜਨ ਪ੍ਰਭਾ ਵਿਸਾਲੀ। ਸਵੇਰ ਦਾ ਸੂਰਜ ਹੀ ਖਿੜਿਆ, ਕਵਲੀ ਖਿੜਿਆ, ਬੜੀ ਭਾਰੀ ਸੋਭਾ ਹੈ ਚਿਹਰੇ ਦੀ। ਨਿਜਾਨੰਦ ਮਹਿ ਮਗਨ ਮਹਾਨਾ। ਆਪਣੇ ਸਵੈ ਸਰੂਪ ਦੇ ਆਨੰਦ ਦੇ ਵਿੱਚ ਬੜੇ ਭਾਰੀ ਮਸਤ ਹਨ। ਸਭ ਹਿਨ ਮਹਿ ਤਬ ਬਾਕ ਬਖਾਨਾ। ਇਸ ਤਰ੍ਹਾਂ ਆਪਣੇ ਸਵੈ ਸਰੂਪ ਵਿੱਚ ਮਸਤ ਹੋਇਆ ਗੁਰੂ ਅੰਗਦ ਸਾਹਿਬ ਜੀ ਨੇ ਮੁਖੋਂ ਤਦੋਂ ਬਚਨ ਕਿਹਾ ਹੈ। ਸੁਨ ਪੁਰਖਾ ਸ੍ਰੀ ਅਮਰ ਸੋ ਪਿਆਰੇ। ਸਭ ਤੋਂ ਪਹਿਲਾਂ ਅਮਰਦਾਸ ਸਾਹਿਬ ਜੀ ਨੂੰ ਸੰਬੋਧਨ ਕਰਕੇ ਕਹਿ ਰਹੇ, ਪਿਆਰੇ ਪੁਰਖ ਸੁਣੋ ਧਿਆਨ ਨਾਲ। ਅਬ ਤੁਮ ਬੈਠੋ ਥਾਨ ਹਮਾਰੇ। ਇਹ ਜੋ ਗੁਰਤਾ ਗੱਦੀ ਦਾ ਸਾਡਾ ਤਖਤ ਹੈ, ਇਹਦੇ ਤੇ ਤੁਸੀਂ ਸਜਾਓ, ਬੈਠ ਜਾਓ। ਰਾਜ ਜੋਗ ਕੋ ਮਹਿਦ ਸਿੰਘਾਸਨ। ਇਹ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਰਾਜਯੋਗ ਵਾਲਾ ਸਿੰਘਾਸਨ ਹੈ, ਬੜਾ ਮਹਾਨ ਹੈ। ਗ੍ਰਸਥ ਵਿੱਚ ਰਹਿ ਕੇ ਪਰਮੇਸ਼ਰ ਵਿੱਚ ਜੁੜੇ ਰਹਿਣਾ। ਇਸ ਤਰ੍ਹਾਂ ਬਾਕੀ ਜਿਹੜਾ ਸਾਜੋ ਸਮਾਨ ਹੈ, ਧਨ ਪਦਾਰਥ ਰਾਜਿਆਂ ਮਹਾਰਾਜਿਆਂ ਕੋਲ ਹੁੰਦਾ। ਇਸ ਤਰ੍ਹਾਂ ਕਹਿੰਦੇ ਰਾਜ ਭਾਗ ਵਿੱਚ ਰਹਿੰਦੇ ਆ, ਧਨ ਪਦਾਰਥ ਵਿੱਚ ਰਹਿੰਦੇ ਆ, ਭਗਤੀ ਵੀ ਜਿਹੜਾ ਘਰ ਵਿੱਚ ਰਹਿ ਕੇ ਜੁੜੇ ਰਹਿਣਾ, ਇਹ ਰਾਜਯੋਗ ਹੈ, ਮਹਾਨ। ਇਸ ਪਰ ਸੋਭਾ ਕਰੋ ਪ੍ਰਕਾਸ਼ਨ। ਐਸਾ ਜਿਹੜਾ ਰਾਜਯੋਗ ਵਾਲਾ ਸਿੰਘਾਸਨ, ਇਸ ਦੇ ਵਿੱਚ ਸੁਭਾਏਮਾਨ ਹੋ
ਤੁਸੀਂ ਬੈਠੋ ਸੁਭਾਏਮਾਨ ਪ੍ਰਕਾਸ਼ ਕਰੋ ਇਸ ਨੂੰ। ਕਹਿ ਪਹਿਰਾਏ ਵਸਤਰ ਨਵੀਨ, ਦੇ ਉੱਪਰ ਬੈਠ ਕੇ ਸੁਭਾਏਮਾਨ ਹੋਵੋ, ਸੁਭਾ ਸੰਯੁਕਤ ਹੋ। ਕਹਿ ਪਹਿਰਾਏ ਵਸਤਰ, ਉਸ ਤੋਂ ਬਾਅਦ ਕਹਿ ਕੇ ਜਿਹੜੇ ਨਵੇਂ ਵਸਤਰ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਪ ਜੀ ਨੇ ਪਹਿਨਾਏ ਹਨ। ਤਿਲਕ ਭਾਲ ਨਿਜ ਕਰ ਸ਼ੌਕੀਨ, ਇਹ ਆਪਣੇ ਹੱਥਾਂ ਦੇ ਨਾਲ ਹੀ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਮੱਥੇ ਉੱਪਰ ਤਿਲਕ ਲਾ ਲੈਣ ਦੇ ਦੇਣਾ ਕੀਤਾ ਹੈ। ਹੁਣ ਜੇ ਤਿਲਕ ਲਾਉਣ ਦੀ ਰੀਤੀ ਬਾਬਾ ਬੁੱਢਾ ਸਾਹਿਬ ਹੀ ਕਰਿਆ ਕਰਦੇ ਸਨ। ਭਗਤ ਵਿਰਾਗ ਜੋਗ ਤਤ ਗਿਆਨਾ, ਹਾਂ, ਭਗਤੀ ਤੇ ਵਿਰਾਗ ਤੇ ਜੋਗ ਜੁੜੇ ਰਹਿਣਾ ਤੇ ਯਥਾਰਥ ਗਿਆਨ ਬ੍ਰਹਮ ਗਿਆਨ। ਇਮ ਚਾਰਨ ਕੋ ਦੀਨ ਖਜ਼ਾਨਾ, ਇਹਨਾਂ ਚੌਹਾਂ ਦਾ ਜਿਹੜਾ ਮਹਾਨ ਖਜ਼ਾਨਾ ਹੈ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਦੇ ਦਿੱਤਾ ਗੱਦੀ ਦੇ ਨਾਲ ਹੀ। ਮਨ ਬਾਂਛਤ ਦੇਹੋ ਜਗ ਮਹਿਦਾਨ, ਮਹਾਰਾਜ ਨੇ ਕਿਹਾ ਮਨ ਭਾਉਂਦਾ ਸੰਸਾਰ ਦੇ ਲੋਕਾਂ ਨੂੰ ਹੁਣ ਦਾਨ ਦੇਵੋ ਤੁਸੀਂ। ਟੋਟ ਨਾ ਦਿਨ ਪ੍ਰਤ ਬਧੈ ਨਿਦਾਨ, ਜਿੰਨਾ ਮਰਜੀ ਦੇਈ ਜਾਓ, ਕਹਿੰਦੇ ਦਿਨ ਪ੍ਰਤੀ ਵਧੂਗਾ, ਟੋਟਾ ਨਹੀਂ ਕਿਤੇ ਆਵੇਗਾ। ਤਾਰਕ ਮੰਤਰ ਸਭਨ ਪਰ ਛਾਇਆ, ਆ ਸੰਸਾਰ ਤੋਂ ਜਿਹੜਾ ਤਾਰਨ ਵਾਲਾ ਮੰਤਰ ਹੈ ਉਹ ਸਾਰਿਆਂ ਦੇ ਉੱਪਰ ਉਹਦਾ ਪ੍ਰਭਾਵ ਛਾ ਰਿਹਾ ਹੈ। ਯੋਗ ਮਤ ਅਨੁਸਾਰ ਤਾਰਕ ਮੰਤਰ ਸੋਹੂ ਹੈ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਤਾਰਨ ਵਾਲਾ ਜਿਹੜਾ ਮੰਤਰ ਉਹਦਾ ਪ੍ਰਭਾਵ ਸਾਰਿਆਂ ਉੱਪਰ ਛਾਇਆ, ਉਹ ਕੀ ਅੱਗੇ ਦੱਸ ਰਹੇ ਹਨ। ਵਾਹਿਗੁਰੂ ਮੁਖ ਜਾਪ ਜਪਾਇਆ, ਮੁਖੋਂ ਸਾਰਿਆਂ ਨੂੰ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪਾਏ ਤੇ ਤਾਰਕ ਮੰਤਰ ਹੈ ਗੁਰੂ ਘਰ ਦਾ। ਠਾਡੀ ਤੋਹੇ ਅਗਰ ਨੌ ਨਿਦ, ਫਿਰ ਉਸ ਤੋਂ ਬਾਅਦ ਕਿਹਾ ਤੇਰੇ ਅੱਗੇ 9 ਨਦੀਆਂ ਖੜੋਤੀਆਂ ਹਨ। ਦੂਜੀ ਦਿਸ਼ ਪਿਖ ਅਸ਼ਟ ਦਸੋ ਸਿੱਧ, ਦੂਸਰੀ ਤੱਕੋ ਤੇ 10 ਤੇ 18 ਸਿੱਧੀਆਂ ਖੜੋਤੀਆਂ ਹਨ। ਸਨਮੁਖ ਖਰੀ ਲక్ష్ਮੀ ਤੇਰੇ, ਸਾਹਮਣੇ ਤੁਹਾਡੀ ਜਿੰਨੀ ਮਾਇਆ ਹੈ ਉਹ ਹੱਥ ਜੋੜ ਕੇ ਖੜੋਤੀ ਹੋਈ ਹੈ। ਸੁਨ ਗੰਧਰਵ ਕਿੰਨਰ ਗਨ ਹੇਰੇ, ਦੇਵਤੇ ਵੀ ਗੰਧਰਵ ਦੇਵਤਿਆਂ ਦੇ ਰਾਗੀ ਵੀ ਦੇਵਤਿਆਂ ਦੇ ਸਭਾ ਵਿੱਚ ਨਿਰਤਕਾਰੀ ਕਰਨ ਵਾਲੇ ਸਾਜ ਵਜਾਉਣ ਵਾਲੇ ਹੋਰ ਜਿਹੜੇ ਗਣਾਦਿਕ ਵੇਖੇ ਜਾਂਦੇ ਸਭ ਤੁਹਾਡੇ ਅੱਗੇ ਹਨ। ਵਿਦਿਆ ਧਰ ਆਦਿਕ ਸਭ ਆਏ, ਕਹਿੰਦੇ ਵਿਦਿਆ ਧਰ ਕਿਸਮ ਦੇ ਦੇਵਤੇ ਜਿਹੜੇ ਕੋਈ ਸ਼ਕਤੀ ਨਾਲ ਦੇਹ ਨੂੰ ਬਦਲ ਲੈਣ ਉਹਨਾਂ ਨੂੰ ਵਿਦਿਆ ਧਰ ਕਹਿ ਦਿੰਦੇ ਹਨ। ਇਹ ਸਭ ਆ ਗਏ ਹਨ। ਦੇ ਪਲਟਣ ਵਾਲੇ ਵੀ ਆਗਿਆਕਾਰੀ ਤੋ ਤੁਬ ਸਮੁਦਾਏ, ਜਿੰਨੇ ਕਹਿੰਦੇ ਦੇਹਾਂ ਬਦਲਣ ਵਾਲੇ ਸਾਜ ਵਜਾਉਣ ਵਾਲੇ ਕੀਰਤਨ ਕਰਨ ਵਾਲੇ ਨਿਰਤਕਾਰੀ ਕਰਨ ਸਭ ਤੁਹਾਡੀ ਆਗਿਆ ਵਿੱਚ ਆ ਗਏ ਹਨ। ਤੀਨ ਲੋਕ ਮਹਿ ਮੁਖਿਆ ਮਹਾਨੇ, ਇਸ ਤੋਂ ਬਾਅਦ ਤੁਸੀਂ ਤਿੰਨਾਂ ਲੋਕਾਂ ਦੇ ਵਿੱਚ ਮਹਾਨ ਮੁਖੀ ਹੋ ਗਏ ਹੋ। ਸਭ ਕਰ ਜੋਰ ਖਰੇ ਅਗਵਾਨੇ, ਤਿੰਨਾਂ ਲੋਕਾਂ ਦੇ ਜਿੰਨੇ ਵੀ ਮੁਖੀ ਮਹਾਨ ਹੈ ਸਭ ਤੁਹਾਡੇ ਹੱਥ ਜੋੜ ਕੇ ਖੜੋਤੇ ਹਨ। ਨਿਤ ਅਧੀਨ ਰਹੇ ਹਿਰਦੇ ਵਿਚਾਰੋ, ਨਿਧੀਆਂ ਵੀ ਤੁਹਾਡੇ ਅਧੀਨ ਰਹਿਣਗੀਆਂ, ਤੁਸੀਂ ਹਿਰਦੇ ਵਿੱਚ ਵਿਚਾਰੋ। ਨਮੋ ਕਰਤ ਇਮ ਦਿਸ਼ਾ ਨਿਹਾਰੋ, ਕਹਿੰਦੇ ਨਮਸਕਾਰ ਕਰ ਰਹੀਆਂ ਨਦੀ ਤਰਫ ਤੁਸੀਂ ਤੱਕੋ। ਤਬ ਸ੍ਰੀ ਅਮਰ ਨਿਮਰ ਹੋਏ ਕਹਿਓ, ਸਵੇਰੇ ਗੁਰੂ ਅਮਰਦਾਸ ਸਾਹਿਬ ਜੀ ਨੇ ਬਹੁਤ ਨਿਮਰਤਾ ਸਹਿਤ ਹੋ ਕੇ ਕਿਹਾ ਹੈ, ਇਨ ਸੋ ਮੈਂ ਕੁਛ ਕਾਮ ਨਾ ਲਹਿਓ। ਇਹਨਾਂ ਦੇ ਨਾਲ ਮੈਂ ਤਾਂ ਮਾਰਾ ਕੁਝ ਕੋਈ ਮੇਰਾ ਤਾਂ ਕੰਮ ਨਹੀਂ ਜਾਣਿਆ ਜਾਂਦਾ ਹੈ। ਕਹੋ ਕਹਾ ਮੈਂ ਇਨਕੋ ਲੋਰ, ਇਹਨਾਂ ਦੀ ਮਾਰਾ ਮੈਂ ਕੀ ਚੋਰ ਚਾਹ ਨਾ ਕਰਾਂ। ਬਸੋ ਹਿਰਦੇ ਪਦ ਪੰਕਜ ਤੋਰ, ਮਾਰਾ ਜਿਹੜੇ ਚਰਨ ਕਮਲਾ ਹਿਰਦੇ ਵੀ ਸਾਡੇ ਬਸਦੇ ਅਤੇ ਬਸਦੇ ਰਹਿਣ। ਸਭ ਕੇ ਮਨ ਕੀ ਜਾਣਹੁ ਸੁਆਮੀ, ਗੁਰੂ ਅੰਗਦ ਸਾਹਿਬ ਸਵਾਮੀ ਜੀ ਤੁਸੀਂ ਸਾਰਿਆਂ ਦੀਆਂ ਮਨਾਂ ਦੀਆਂ ਹਾਲਤਾਂ
ਬਾਤਾਂ ਨੂੰ ਜਾਣਦੇ ਹੋ। ਜਿਮ ਵਰਤ ਹੈ ਤਿਮ ਅੰਤਰ ਜਾਮੀ। ਜਿਵੇਂ ਕਿਸੇ ਦੇ ਹਿਰਦੇ ਵਿੱਚ ਵਰਤ ਰਹੀ ਹੈ ਉਹ ਤੁਸੀਂ ਅੰਤਰਜਾਮੀ ਹੋਣ ਕਰਕੇ ਜਾਣਦੇ ਹੋ। ਜਾਂ ਤੇ ਮੇਰੇ ਮਨ ਕੀ ਜਾਨ। ਇਸ ਕਰਕੇ ਮਾਰਾ ਮੇਰੇ ਮਨ ਦੇ ਅੰਦਰਲੀ ਵੀ ਜਾਣ ਕੇ ਬਸੋ ਹਿਰਦੇ ਨਿਥ ਕਾਖ ਮਹਾਨ। ਇਹ ਮਾਰਾ ਮੇਰੀ ਮਹਾਨ ਕਥਾ ਹੈ, ਚਾਹੇ ਵੀ ਤੁਸੀਂ ਮੇਰੇ ਹਿਰਦੇ ਵਿੱਚ ਵਸਦੇ ਹੋ, ਇਸ ਕਰਕੇ ਹਿਰਦੇ ਵਿੱਚ ਵਸੋ ਹਮੇਸ਼ਾ। ਸ੍ਰੀ ਅੰਗਦ ਸੁਨ ਪੁਨ ਸਮਝਾਇਵ। ਹਾਂ, ਗੁਰੂ ਅੰਗਦ ਸਾਹਿਬ ਜੀ ਸੁਣ ਕੇ ਫਿਰ ਦੁਬਾਰਾ ਸਮਝਾਇਆ ਹੈ। ਬਿਨਾ ਚਾਹੇ ਇਹ ਸਭ ਟਿਕ ਆਇਵ। ਇਹ ਤੁਹਾਡੇ ਬਿਨਾ ਚਾਹਨਾ ਕੁੱਤਿਆਂ ਇਹ ਸਭ ਕੁਝ ਤੁਹਾਡੇ ਕੋਲ ਆ ਗਿਆ ਤੇ ਤੁਹਾਡੇ ਕੋਲ ਹੀ ਰਹੇਗਾ। ਇਹ ਸ਼ਕਤੀਆਂ ਹਿਰਦੀਆਂ ਸਿੱਧੀਆਂ ਆਦਿ ਕਰਨਹਾਰ ਆਗਿਆ ਨਿਤ ਤੇਰੀ। ਆਏ ਤੁਹਾਡੀ ਆਗਿਆ ਅਨੁਸਾਰ ਹੋ ਕੇ ਕਰਨ ਵਾਲੀਆਂ ਹਨ। ਸਗਲ ਭਾਂਤ ਇਮ ਸਖਤ ਬਡੇਰੀ। ਆ ਸਭ ਤਰ੍ਹਾਂ ਕਰਕੇ ਜਿਹੜੀਆਂ ਵੱਡੀਆਂ ਵੱਡੀਆਂ ਇਹ ਸ਼ਕਤੀਆਂ ਹਨ। ਚਾਹੋ ਕਹੋ ਨਹਿ ਚਾਹੋ ਨਾ ਕਹੀਏ ਹੈ। ਜੇ ਕੋਈ ਚਾਹੋ ਤਾਂ ਇਹਨਾਂ ਸ਼ਕਤੀਆਂ ਨੂੰ ਕਹਿ ਦੇਣਾ, ਜੇ ਨਹੀਂ ਚਾਹਣਾ ਤਾਂ ਨਾ ਕਹਿਣਾ। ਇਹ ਸਭ ਨਿਕਟ ਆਪਨੇ ਲਹੀਏ ਹੈ। ਇਹ ਜਿਹੜੀਆਂ ਸ਼ਕਤੀਆਂ ਤਾਕਤਾਂ ਇਹ ਸਭ ਤੁਸੀਂ ਆਪਣੇ ਕੋਲ ਹੀ ਖੜੋਤੀਆਂ ਦੇਖ ਲਓ, ਜਾਣ ਲਓ। ਸਕਲ ਜਗਤ ਕੋ ਤੁਝ ਗੁਰ ਕੀਨਾ। ਇਹ ਅਮਰਦਾਸ ਸਾਹਿਬ ਜੀ ਅੱਜ ਤੋਂ ਬਾਅਦ ਤੁਹਾਨੂੰ ਸਾਰੇ ਸੰਸਾਰ ਦਾ ਗੁਰੂ ਬਣਾ ਦਿੱਤਾ ਹੈ। ਰਾਜ ਜੋਗ ਸਿੰਘਾਸਨ ਦੀਨਾ। ਜੋ ਗੁਰੂ ਨਾਨਕ ਸਾਹਿਬ ਦਾ ਰਾਜ ਜੋਗਣ ਵਾਲਾ ਤਖਤ ਹੈ ਉਹ ਸਾਨੂੰ ਬਖਸ਼ ਦਿੱਤਾ ਹੈ। ਸਤਿਆ ਨਾਮ ਕੋ ਤੁਝ ਗੁਰ ਕੀਨਾ। ਹਾਂ, ਇਸ ਤਰ੍ਹਾਂ ਹਾਂਜੀ ਸਤਿਆ ਨਾਮ ਕੋ ਸਿਮਰਨ ਸਾਰੇ। ਕਿ ਪੜਿਆ ਕਰ ਆਪਣੇ ਕੋਲ ਹੀ ਕਰਾਇਆ। ਸਤਿਨਾਮ ਵਾਹਿਗੁਰੂ ਦਾ ਜਿਹੜਾ ਸਿਮਰਨ ਕਰਨਾ ਸਾਰੇ ਹੀ। ਉਪਦੇਸੋ ਹੋਏ ਭਗਤ ਉਦਾਰੇ। ਇਹਦਾ ਉਪਦੇਸ਼ ਦਿਆ ਕਰੋ ਜਿਸ ਕਰਕੇ ਬਹੁਤੀ ਸ੍ਰੇਸ਼ਟ ਭਗਤੀ ਹੋਵੇ। ਨਰਨ ਹਜ਼ਾਰਨ ਕੋ ਕਲਿਆਣ। ਇਸ ਤਰ੍ਹਾਂ ਸਿਮਰਨ ਕਰਨ ਨਾਲ ਹਜ਼ਾਰਾਂ ਲੋਕਾਂ ਦਾ ਕਲਿਆਣ ਹੋਵੇਗਾ। ਕਰੋ ਆਪ ਦੇ ਕਰ ਔਰ ਗਿਆਨ। ਸਤਿਨਾਮ ਜਪਾ ਕੇ ਹਿਰਦੇ ਵਿੱਚ ਬ੍ਰਹਮ ਗਿਆਨ ਦੇ ਕੇ ਸਭ ਨੂੰ ਕਹਿੰਦੇ ਮੁਕਤ ਕਰ ਦੇਵੋ। ਪ੍ਰੇਮ ਭਗਤ ਮੈਂ ਹੇਰ ਤੁਮਾਰੀ। ਅਮਰਦਾਸ ਸਾਹਿਬ ਜੀ ਤੁਹਾਡੀ ਪ੍ਰੇਮ ਨਾਲ ਭਗਤੀ ਕੀਤੀ ਹੋਈ ਦੇਖ ਕੇ ਬਸ ਹੈ ਦਈ ਸਮਰਿੱਧੀ ਸਾਰੀ। ਇਹ ਪ੍ਰੇਮਾ ਭਗਤੀ ਦੇ ਬਸ ਹੋ ਕੇ ਤੁਹਾਨੂੰ ਸਾਰੀ ਇਹ ਜਿਹੜੀ ਮਹਾਨ ਵਿਭੂਤੀ ਹੈ ਬਖਸ਼ ਦਿੱਤੀ ਹੈ। ਪੈਸੇ ਪੰਚ ਨਾਲੀਅਰ ਏਕ। 5 ਪੈਸੇ ਤੇ ਇੱਕ ਜਿਹੜਾ ਨਾਲੀਏਰ ਹੈ। ਲੈ ਬੁੱਢੇ ਤੇ ਜਲਦ ਵਿਵੇਕ। ਬਾਬਾ ਬੁੱਢਾ ਸਾਹਿਬ ਤੋਂ ਗਿਆਨ ਦੇ ਸਮੁੰਦਰ ਜਿਹੜੇ ਗੁਰੂ ਅੰਗਦ ਸਾਹਿਬ ਜੀ ਉਹਨਾਂ ਨੇ ਲੈ ਕੇ ਠਾਡੇ ਭਏ ਪਰਦਛਨ ਕੀ ਦੀਨੀ। ਇਸ ਤਰ੍ਹਾਂ 5 ਪੈਸੇ ਇੱਕ ਨਾਲੀਏ ਲੈ ਖੜਿਆ ਤੇ ਪਰਕਰਮਾ ਕੀਤੀਆਂ। ਅਮਰਦਾਸ ਸਾਹਿਬ ਜੀ ਸ੍ਰੀ ਗੁਰ ਘਰ ਕੀ ਰੀਤ ਸੋ ਕੀਨੀ। ਹਾਂ, ਜੋ ਗੁਰੂ ਨਾਨਕ ਸਾਹਿਬ ਦੇ ਘਰ ਦੀ ਰੀਤੀ ਮਰਜ਼ਾਦਾ ਉਹ ਸਾਰੀ ਕੀਤੀ ਹੈ। 3 ਪਰਕਰਮਾ ਕਰਕੇ 3 ਵਾਰੀ ਮੱਥਾ ਟੇਕਿਆ ਹੈ। ਪੈਸੇ ਪੰਚ ਅਗਾਰੀ ਧਰੇ। ਜਿਹੜੇ 5 ਪੈਸੇ ਹੋ ਕੇ ਰੱਖ ਦਿੱਤੇ ਵੀ ਜਿੰਨੀ ਇਹ ਮਾਇਆ ਸਭ ਤੁਹਾਡੇ ਅੱਗੇ ਸਮਰਪਿਤ ਹੈ। ਜਿੰਨੀ ਮਰਜ਼ੀ ਦਿਓ, ਜਿੰਨੀ ਮਰਜ਼ੀ ਵਰਤੋ। ਝੋਲੀ ਮਹਿ ਨਰੇਲ ਧਰ ਖਰੇ। ਇਸ ਤਰ੍ਹਾਂ ਜਿਹੜੀ ਹੈ ਝੋਲੀ ਹੈ ਉਹਦੇ ਵਿੱਚ ਜਿਹੜਾ ਚੰਗੀ ਤਰ੍ਹਾਂ ਜਿਹੜਾ ਨਾਲ ਹੀ ਉਹ ਰੱਖ ਦਿੱਤਾ ਹੈ ਵੀ ਸਭ ਤੁਹਾਡੇ ਜਿੰਨੇ ਹੈ। ਸਭ ਕੋ ਬਾਕ ਉਚਾਰਨ ਕੀਨਾ। ਉਸ ਤੋਂ ਬਾਅਦ ਜਿੰਨੇ ਸਿੱਖ ਸੇਵਕ ਬੈਠੇ ਉਹਨਾਂ ਨੂੰ ਬੁਲੰਦ ਆਵਾਜ਼ ਨਾਲੋਂ ਬਚਨ ਕਿਹਾ ਆਪ ਜੀ ਨੇ। ਮੇਰੋ ਸਿੱਖ ਪੁੱਤਰ ਕੈ ਦਾਸ। ਸਾਡੇ ਗੁਰੂ ਨਾਨਕ ਸਾਹਿਬ ਜੀ ਦਾ ਘਰ ਦਾ ਕੋਈ ਸਿੱਖ ਹੋਵੇ ਜਾਂ ਸਾਡਾ ਵੀ ਪੁੱਤਰ ਹੋਵੇ। ਅੰਤ ਸਮੇਂ ਜੋ ਚਾਹੇ ਮਮ ਪਾਸ। ਅੰਤ ਦੇ ਸਮੇਂ ਜੋ ਇਹ ਚਾਹੁੰਦਾ ਹੈ ਵੀ ਮੈਂ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਜਾਵਾਂ
ਜਾਵਾਂ। ਸੋ ਸਭ ਉਠੋ ਉਠੋ ਬੰਦਨਾ ਠਾਨਾ। ਉਹ ਸਾਰੇ ਸਿੱਖ ਸੇਵਕ ਪੁੱਤਰਾਂ ਸਹਿਤ ਉੱਠ ਖੜੋਵੋ ਤੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਨਮਸਕਾਰ ਕਰੋ। ਨਹੀਂ ਅਪਰ ਬਿਦ ਮਨ ਮਹਿ ਆਨਾ। ਤੇ ਹੋਰ ਕੋਈ ਮਨ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਨਾ ਲਿਆਓ ਵੀ ਇਹਨਾਂ ਨੂੰ ਅਸੀਂ ਕਿਉਂ ਮੱਥਾ ਟੇਕੀਏ, ਤਾਂ ਸੇਵਾ ਕਰਨ ਵਾਲੇ ਸੀ, ਗਾਗਰਾਂ ਢੋਣ ਵਾਲੇ ਸੀ। ਸੁਨ ਕਰ ਬੁੱਢਾ ਸਬਨ ਅਗਾਰੀ। ਜਦੋਂ ਗੁਰੂ ਅੰਗਦ ਸਾਹਿਬ ਜੀ ਨੇ ਐਸਾ ਵਚਨ ਕਿਹਾ ਵੀ ਜੋ ਸਾਡਾ ਅੰਤ ਦੇ ਸਮੇਂ ਹਜ਼ੂਰੀ ਚਾਹੁੰਦਾ ਵੀ ਗੁਰੂ ਅੰਗਦ ਸਾਹਿਬ ਦੇ ਕੋਲ ਅਸੀਂ ਜਾਈਏ, ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਸਾਰਿਆਂ ਤੋਂ ਪਹਿਲਾਂ ਖੜਿਆ ਹੋ ਕੇ ਤੇ ਅੱਗੇ ਹੋ ਕੇ ਖੜੋ ਹੋਏ ਪਗ ਬੰਧਨ ਧਾਰੀ। ਖੜਿਆ ਹੋ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਤਿਸ ਪਿਛੈ ਸਿੱਖ ਸੰਗਤ ਸਾਰੇ। ਹਾਂ, ਬਾਬਾ ਬੁੱਢਾ ਦੇ ਪਿੱਛੇ ਬਾਅਦ ਵਿੱਚ ਜਿੰਨੀਆਂ ਗੁਰੂ ਕੀਆਂ ਸਿੱਖ ਸੰਗਤਾਂ ਹਨ, ਕਈ ਨਮਹਿ ਸ੍ਰੀ ਅਮਰ ਅਗਾਰੇ। ਸਭ ਨੇ ਉੱਠ ਉੱਠ ਕੇ ਗੁਰੂ ਅੰਗਦ ਗੁਰੂ ਅਮਰਦਾਸ ਸਾਹਿਬ ਜੀ ਦੇ ਅੱਗੇ ਨਮਸਕਾਰ ਕੀਤੀ ਹੈ। ਸ੍ਰੀ ਅੰਗਦ ਨਿਜ ਸੁਤ ਦਿਸ ਦੇਖਾ। ਉਸ ਵੇਲੇ ਗੁਰੂ ਅੰਗਦ ਸਾਹਿਬ ਜੀ ਨੇ ਆਪਣਾ ਪੁੱਤਰ ਜਿਹੜਾ ਦਾਸੂ ਦੀ ਤਰਫ ਦੇਖਿਆ ਹੈ। ਉਠਿਓ ਨਾ ਮਨ ਮਹਿ ਗਰਭ ਵਿਸੇਖਾ। ਪਿਤਾ ਉੱਠ ਕੇ ਖੜੋ ਗਏ, ਮੱਥਾ ਟੇਕ ਦਿੱਤਾ। ਇਹਦੇ ਮਨ ਦੇ ਵਿੱਚ ਬਹੁਤਾ ਜਿਹਾ ਹੰਕਾਰ ਹੈ, ਇਹ ਦਾਸੂ ਪੁੱਤਰ ਨਹੀਂ ਉੱਠਿਆ ਸਾਡਾ। ਦਾਸ ਸਾਥ ਭਨਿਓ ਗੁਰਨਾਥ। ਉਸ ਵੇਲੇ ਜੋ ਪ੍ਰਭੂ ਮਾਲਕ ਹਨ ਆਪਣੇ ਦਾਸੂ ਪੁੱਤਰ ਦੇ ਸਾਥ ਬਚਨ ਕੇ ਆਪ ਜੀ ਨੇ ਉੱਠ ਤੁਮ ਭੀ ਟੇਕੋ ਨਿਜ ਮਾਥ। ਸਾਡੇ ਵੱਡੇ ਪੁੱਤਰ ਦਾਸੂ ਤੂੰ ਵੀ ਉੱਠ, ਗੁਰੂ ਅਮਰਦਾਸ ਸਾਹਿਬ ਜੀ ਨੂੰ ਮੱਥਾ ਟੇਕ। ਸੁਨੋ ਪਿਤਾ ਇਹੋ ਦਾਸ ਹਮਾਰਾ। ਉਸ ਵੇਲੇ ਦਾਸੂ ਬੋਲਿਆ, ਸੁਨੋ ਪਿਤਾ ਗੁਰੂ ਅੰਗਦ ਸਾਹਿਬ ਜੀ, ਇਹ ਤਾਂ ਸਾਡੇ ਘਰ ਦਾ ਦਾਸ ਸੇਵਕ ਸੀ। ਇਕ ਤੋ ਲੀਨਸ ਮਮ ਅਧਿਕਾਰਾ। ਇਹ ਸਾਡੇ ਘਰ ਦੇ ਦਾਸ ਨੇ, ਜਿਸ ਵਸਤੂ ਤੇ ਮੇਰਾ ਹੱਕ ਬਣਦਾ, ਅਧਿਕਾਰ ਸੀ ਬਣਦਾ ਸੀ, ਉਹ ਇਹਨਾਂ ਨੇ ਲੈ ਲਿਆ ਤਖਤ। ਦੁਤੀਏ ਉੱਠ ਕਰ ਸੀਸ ਨਿਵਾਵੈ। ਹਾਂ, ਦੂਜੀ ਗੱਲ ਤੁਸੀਂ ਇਹ ਕਹਿ ਰਹੇ ਹੋ ਵੀ ਅਸੀਂ ਇਹਨੂੰ ਹੁਣ ਮੱਥਾ ਟੇਕੀਏ। ਇਹ ਤਾਂ ਹਮ ਤੇ ਨਹਿ ਬਨ ਆਵੈ। ਇਹ ਜਿਹੜੀ ਗੱਲਬਾਤ ਮੇਰੇ ਪਾਸੋਂ ਤਾਂ ਬਣਨੀ, ਇੱਕ ਤਾਂ ਮੇਰਾ ਹੱਕ ਇਹਦੇ ਤੇ ਉਹਦੇ ਤੇ ਜਮਾਲਿਆ, ਇਹ ਜਿਸ ਹੱਕ ਤੇ ਵਸਤੂ ਦਾ ਮੇਰਾ ਹੱਕ ਸੀ ਉਹ ਲੈ ਬੈਠੇ ਹੈ। ਤੇ ਦੂਜਾ ਕਹਿੰਦੇ ਹੁਣ ਤੂੰ ਉੱਠ ਕੇ ਮੱਥਾ ਟੇਕ, ਗੱਲ ਮੈਥੋਂ ਨਹੀਂ ਬਣ ਆਏਗੀ। ਨਿਜ ਸਥਾਨ ਪਰ ਇਹੀ ਟਿਕਾਏ। ਹਾਂ, ਕਿਉਂਕਿ ਆਪਣੇ ਸਥਾਨ ਉੱਪਰ ਤੁਸੀਂ ਇਹਨਾਂ ਨੂੰ ਟਿਕਾ ਦਿੱਤਾ ਜਿਹੜੇ ਸਾਡੇ ਘਰ ਦੇ ਦਾਸ ਹਨ। ਹਮਕੋ ਛੂਛੇ ਰਾਖ ਸਿਧਾਏ। ਉਹ ਕਹਿੰਦੇ ਦੋਵੇਂ ਪੁੱਤਰਾਂ ਨੂੰ ਤੁਸੀਂ ਖਾਲੀ ਰੱਖ ਕੇ ਚਲੇ ਜਾ ਰਹੇ ਹੋ। ਤੁਮ ਸੋ ਕਿਆ ਬਸ ਚਲਹਿ ਹਮਾਰੋ। ਇਸ ਕਰਕੇ ਪਿਤਾ ਜੀ ਹੁਣ ਤੁਹਾਡੇ ਨਾਲ ਸਾਡਾ ਕੀ ਬਸ ਚੱਲ ਸਕਦਾ, ਕੀ ਪੇਸ਼ ਜਾ ਸਕਦੀ ਹੈ। ਕਿਉਂ ਪੰਥ ਸਭ ਜਗ ਤੇ ਨਿਆਰੋ। ਦੇਖੋ ਸਾਰੇ ਸੰਸਾਰ ਦੇ ਵਿੱਚੋਂ ਜਿਹੜਾ ਰਸਤਾ ਤੁਸੀਂ ਵੱਖਰਾ ਜਾ ਕਰ ਲਿਆ, ਰਸਤਾ ਜਾ ਬਾਕੀ ਤਾਂ ਸਭ ਕੁਝ ਆਪਣਾ ਪੁੱਤਰ ਧੀਆਂ ਨੂੰ ਦੇ ਕੇ ਜਾਂਦੇ, ਤੁਸੀਂ ਪੁੱਤਰ ਧੀਆਂ ਨੂੰ ਛੱਡ ਦਿੱਤਾ ਤੇ ਦਾਸ ਨੂੰ ਸਭ ਕੁਝ ਦੇ ਦਿੱਤਾ। ਵੱਖਰਾ ਰਸਤਾ, ਇੱਕ ਨਵੀਂ ਰੀਤੀ ਕੀਤੀ ਹੈ। ਜਿਮ ਤੁਮ ਦਾਸ ਹੋਏ ਕਰ ਪਾਈ। ਇਹ ਕਹਿੰਦਾ ਮਹਾਰਾਜ ਜਿਵੇਂ ਗੁਰੂ ਨਾਨਕ ਸਾਹਿਬ ਦੇ ਦਾਸ ਹੋ ਕੇ ਤੁਸੀਂ ਇਹ ਗੁਰਤਾ ਗੱਦੀ ਪਾਈ ਸੀ, ਤਿਮ ਅਬ ਦਈ ਦਾਸ ਵਡਿਆਈ। ਇਹ ਮਹਾਰਾਜ ਤੁਸੀਂ ਆਪਣੇ ਦਾਸ ਨੂੰ ਇਹ ਵਡਿਆਈ ਅੱਗੇ ਬਖਸ਼ ਦਿੱਤੀ ਹੈ। ਸੁਨ ਦਾਸੂ ਤੇ ਦਾਤੂ ਸਾਥ। ਹਾਂ, ਦਾਸੂ ਜੀ ਤੋਂ ਸੁਣ ਕੇ ਜਿਹੜਾ ਛੋਟਾ ਪੁੱਤਰ ਦਾਤੂ ਉਹਦੇ ਸਾਥ। ਆਗਿਆ ਕਹਿ ਗੁਰੂ ਟੇਕੋ ਮਾਥ। ਗੁਰੂ ਮਹਾਰਾਜ ਨੇ ਆਗਿਆ ਕੀਤੀ ਹੈ ਵੀ ਤੂੰ ਵੀ ਉੱਠ ਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਮੱਥਾ ਟੇਕ। ਤਿਨ ਭੀ ਨਹਿ ਮਾਨੀ ਥਿਤ ਰਹਿਓ। ਮੈਂ ਵੀ ਸਤਿਗੁਰੂ ਦੀ ਆਗਿਆ ਮੰਨੀ ਨਹੀਂ ਹੈ, ਸਗੋਂ ਟਿਕਿਆ ਰਿਹਾ, ਬੈਠਾ ਹੀ ਰਿਹਾ ਹੈ। ਨਿਜ ਵਡਿਆਈ ਕੋ ਬਚ ਕਹਿਓ। ਆਪਣੀ ਬਹੁਤ ਵੱਡੀ ਵਡਿਆਈ ਦਾ ਬਚਨ ਕਿਹਾ ਵੀ ਮੈਂ ਗੁਰੂ ਕਾ ਪੁੱਤਰ ਹੋ ਕੇ ਦਾਸ ਨੂੰ ਕਿਵੇਂ ਮੱਥੇ ਟੇਕਦਾ ਫਿਰਾਂ। ਸ੍ਰੀ ਅੰਗਦ ਤੂਸ਼ਨ ਮੁਖ ਧਾਰੀ। ਆ ਦੋਵੇਂ ਪੁੱਤਰਾਂ ਤੋਂ ਸੁਣ ਕੇ ਗੁਰੂ ਅੰਗਦ ਸਾਹਿਬ ਜੀ ਨੇ ਚੁੱਪੀ ਧਾਰਨ ਕਰ ਲਈ। ਭਲੀ ਬੁਰੀ ਸੁਤ ਸੋ ਨਾ ਉਚਾਰੀ। ਆਪਣੇ ਪੁੱਤਰਾਂ ਦੇ ਸਾਥ ਕੋਈ ਚੰਗੀ ਗੱਲ ਨਾ ਕੋਈ ਮਾੜੀ, ਕੋਈ ਬਰ ਸਰਾਪ ਨਹੀਂ
ਦਿੱਤਾ ਹੈ। ਪੁਨ ਸੰਗਤ ਮਹਿ ਕਹਿਓ ਸੁਨਾਈ। ਉਸ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਸਾਰਿਆਂ ਨੂੰ ਸੁਣਾ ਕੇ ਕਿਹਾ ਹੈ, ਮਮ ਸਰੂਪ ਅਬ ਇਹ ਸੁਹਾਈ। ਇਹ ਬਈ ਗੁਰੂ ਅਮਰਦਾਸ ਸਾਹਿਬ ਜੀ ਹੁਣ ਸਾਡਾ ਸਰੂਪ ਹੀ ਸੁਭਾਏਮਾਨ ਹੋ ਗਏ ਹਨ। ਮੋਹ ਮਹਿ ਇਸ ਮਹਿ ਭੇਦ ਨਾ ਜਾਣਾ। ਸਾਡੇ ਤੇ ਗੁਰੂ ਅਮਰਦਾਸ ਸਾਹਿਬ ਦੇ ਵਿੱਚ ਕੋਈ ਭੋਰਾ ਮਾਤਰ ਨਾ ਹੁਣ ਫਰਕ ਜਾਣਨਾ। ਏਕ ਸਰੂਪ ਦੋਹਨ ਕੋ ਮਾਨਾ। ਇਸ ਤਰ੍ਹਾਂ ਕਦੇ ਦੋਹਾਂ ਦਾ ਜਿਹੜਾ ਸਰੂਪ ਇੱਕੋ ਹੀ ਹੋ ਗਿਆ, ਮੰਨ ਲਓ, ਪਛਾਣ ਲਓ। ਪੁਨ ਸ੍ਰੀ ਸਤਿਗੁਰ ਆਗਿਆ ਕਰੀ। ਉਸ ਤੋਂ ਬਾਅਦ ਫਿਰ ਗੁਰੂ ਅੰਗਦ ਸਾਹਿਬ ਜੀ ਨੇ ਇਸ ਤਰ੍ਹਾਂ ਦੀ ਆਗਿਆ ਕੀਤੀ ਹੈ, ਭੋਜਨ ਤਿਆਰ ਹੋਏ ਇਸ ਘਰੀ। ਇਸ ਘੜੀ ਗੁਰੂ ਕਾ ਲੰਗਰ ਖੁੱਲਾ ਡੁੱਲਾ ਤਿਆਰ ਹੋ ਜਾਵੇ। ਸਭ ਸੰਗਤ ਕੋ ਦੇਹ ਆਹਾਰਾ। ਜਿੰਨੀਆਂ ਗੁਰੂ ਕੀਆਂ ਸਿੱਖ ਸੰਗਤਾਂ ਆਈਆਂ ਸਭ ਨੂੰ ਖੁੱਲਾ ਡੁੱਲਾ ਭੋਜਨ ਛਕਣ ਲਈ ਦੇਵੋ। ਸਭ ਮਿਲ ਕਰੋ ਆਨੰਦ ਉਦਾਰਾ। ਕਿਸੇ ਨੇ ਸ਼ੋਕ ਗਮ ਨਹੀਂ ਕਰਨਾ, ਸਭ ਮਿਲ ਕੇ ਸਾਰੇ ਆਨੰਦ ਖੁਸ਼ੀਆਂ ਹੀ ਕਰੋ। ਤਬ ਸ੍ਰੀ ਅਮਰ ਉਠਿਓ ਹਿਤ ਧਾਰ। ਔਰ ਸਵੇਰੇ ਗੁਰੂ ਅਮਰਦਾਸ ਸਾਹਿਬ ਜੀ ਬਹੁਤ ਹੀ ਪ੍ਰੇਮ ਪਿਆਰ ਧਾਰਦੇ, ਸਭ ਤੋਂ ਪਹਿਲਾਂ ਉੱਠ ਖੜੋਤੇ। ਕੀਨ ਸਜਾਏ ਆਹਾਰ ਸੋ ਤਿਆਰ। ਗੁਰੂ ਕੇ ਲੰਗਰ ਵਿੱਚ ਜਾ ਕੇ ਸਭ ਤੋਂ ਅੱਗੇ ਹੋ ਕੇ ਨਜਸਾਨੀ ਹੇਠ ਗੁਰੂ ਕਾ ਲੰਗਰ ਤਿਆਰ ਕਰਿਆ ਕਰਾਇਆ। ਸਤਿਗੁਰ ਆਪ ਜਾਏ ਕਰ ਖਾਇਵ। ਲੰਗਰ ਤਿਆਰ ਹੋ ਗਿਆ। ਸਤਿਗੁਰੂ ਅੰਗਦ ਸਾਹਿਬ ਮਹਾਰਾਜ ਨੇ ਪਹੁੰਚ ਕੇ ਆਪ ਪੰਗਤ ਵਿੱਚ ਬੈਠ ਕੇ ਭੋਜਨ ਛਕਿਆ। ਪੁਨ ਸਭ ਸੰਗਤ ਮਹਿ ਵਰਤਾਇਵ। ਸਵਾਰ ਦੁਨੀਆ ਗੁਰੂ ਕੀਆਂ ਸਿੱਖ ਸੰਗਤਾਂ ਉਹਨਾਂ ਵਿੱਚ ਖੁੱਲਾ ਡੁੱਲਾ ਵਰਤਾਇਆ ਗਿਆ ਹੈ। ਆਪਨ ਸਿੰਘਾਸਨ ਪਰ ਗੁਰ ਗਏ। ਭੋਜਨ ਛਕ ਕੇ ਫਿਰ ਆਪਣੇ ਸਿੰਘਾਸਨ ਪਰ ਦੁਆਰਾ ਸਤਿਗੁਰੂ ਚਲੇ ਗਏ। ਅਤ ਆਨੰਦ ਜੁਤ ਸੋਬਤ ਪਏ। ਇਹ ਆਨੰਦ ਸਵੈਰ ਸੁਭਾ ਵਾਲੇ ਹੋਏ ਹਨ। ਮਿਲਹਿ ਪਰਸ ਪਰ ਸਿੱਖ ਸਮੁਦਾਇ। ਆਜ ਨੇ ਸਮੂਹ ਸਿੱਖ ਸੇਵਕ ਆਪੋ ਵਿੱਚ ਹੀ ਮਿਲ ਜੁਲ ਰਹੇ। ਪੂਰਬਲੀ ਕਹਿ ਬਾਤ ਸੁਨ ਸੁਨਾਏ। ਗੁਰੂ ਨਾਨਕ ਸਮੇਂ ਦੀ ਪਹਿਲੀ ਜਿਹੜੀ ਗੱਲਬਾਤ ਉਹ ਕਹਿ ਕੇ ਇੱਕ ਦੂਸਰੇ ਨੂੰ ਸੁਣਾ ਰਹੇ। ਸ੍ਰੀ ਨਾਨਕ ਨਿਜ ਦੇਹ ਸਮੇਤ। ਇਹ ਗੱਲ ਕਰ ਰਹੇ ਆ ਵੀ ਗੁਰੂ ਨਾਨਕ ਸਾਹਿਬ ਜੀ ਜਦੋਂ ਕਰਤਾਰਪੁਰ ਦੇ ਵਿੱਚ ਜੋਤੀ ਜੋਤ ਸਮਾਏਗੀ ਸੰਦੇਹੀ ਚਲੇ ਗਏ ਸੀ। ਕੀਨ ਗਮਨ ਬੈਕੁੰਠ ਨਿਕੇਤ। ਉਹਨਾਂ ਨੇ ਸੱਚਖੰਡ ਆਪਣੇ ਘਰ ਨੂੰ ਸੰਦੇਹੇ ਜਾਣਾ ਕੀਤਾ ਸੀ। ਸਿਰਫ ਕਰਤਾਰਪੁਰ ਦੇ ਵਿੱਚ ਉਹਨਾਂ ਤੋਂ ਚਾਦਰ ਹੀ ਰਹਿ ਗਿਆ ਸੀ ਤੇ ਉਹ ਚਾਦਰਾ ਅੱਧਾ ਪਾੜ ਕੇ ਮੁਸਲਮਾਨਾਂ ਨੇ ਲੈ ਲਿਆ, ਸਿੱਖਾਂ ਨੇ ਲੈ ਲਿਆ, ਉਹਦਾ ਹੀ ਸੰਸਕਾਰ ਕਰ ਲਿਆ। ਮਹਾਰਾਜ ਤਾਂ ਸੰਦੇਹੇ ਚਲੇ ਗਏ ਸੀ। ਭਗਤ ਕਬੀਰ ਆਦ ਜੇ ਪਏ। ਇਸ ਤਰ੍ਹਾਂ ਪਹਿਲਾਂ ਜਿਹੜੇ ਭਗਤ ਕਬੀਰ ਆਦਿਕ ਜੀ ਹੋਏ ਹਨ, ਬਹੁਤ ਸਰੀਰ ਸਮੇਤ ਸੋ ਗਏ। ਵੀ ਉਹ ਵੀ ਸਾਰੇ ਆਪਣੇ ਸਰੀਰ ਦੇ ਸਮੇਤ ਸੰਦੇਹੀ ਚਲੇ ਗਏ। ਇਮ ਵਿਚਾਰ ਸਿੱਖਨ ਮੈਂ ਹੋਈ। ਗੁਰੂ ਅੰਗਦ ਸਾਹਿਬ ਜੀ ਹੁਣ ਸਰੀਰ ਛੱਡ ਕੇ ਜਾਣਗੇ ਕਿ ਸੰਦੇਹੀ ਚਲੇ ਜਾਣਗੇ। ਇਸ ਤਰ੍ਹਾਂ ਦੀ ਗੱਲਬਾਤ ਵਿਚਾਰ ਸਿੱਖਾਂ ਵਿੱਚ ਹੋ ਰਹੀ ਹੈ। ਸ੍ਰੀ ਅੰਗਦ ਜਾਨੀ ਮਨ ਸੋਈ। ਗੁਰੂ ਅੰਗਦ ਸਾਹਿਬ ਜੀ ਨੇ ਸਿੱਖਾਂ ਦੇ ਮਨ ਦੀ ਜਿਹੜੀ ਗੱਲਬਾਤ ਸਮਝ ਲਈ ਅੰਤਰਜਾਮੀ ਹੋਣ ਕਰਕੇ। ਹਿਰਦੇ ਵਿਚਾਰ ਹੈ ਸ਼ੰਕਾ ਇਨਕੇ। ਮਹਾਰਾਜ ਹਿਰਦੇ ਵਿੱਚ ਵਿਚਾਰਦੇ ਵੀ ਸਾਡੇ ਸੰਬੰਧ ਵਿੱਚ ਸਿੱਖਾਂ ਦੇ ਹਿਰਦੇ ਵਿੱਚ ਸ਼ੰਕਾ ਹੈ। ਨੀਕੇ ਨਹਿ ਵਿਵੇਕ ਮਨ ਜਿਨਕੇ। ਪਰ ਉਹਨਾਂ ਦੇ ਸ਼ੰਕਾ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਚੰਗੀ ਤਰ੍ਹਾਂ ਕੋਈ ਗਿਆਨ ਹੈ ਨਹੀਂ, ਸਮਝ ਹੈ ਨਹੀਂ ਹੈ। ਦੇਹ ਸਨੇਹ ਨਾ ਸੰਤਨ ਮਾਹੀ। ਕਿਉਂਕਿ ਜਿਹੜੇ ਕੋਈ ਸੰਤ ਹੁੰਦੇ ਉਹਨਾਂ ਦੇ ਤਾਂ ਖਿਆਲ ਵਿੱਚ ਕੋਈ ਸਰੀਰ ਨਾਲ ਕੋਈ ਮੋਹ ਪਿਆਰ ਹੁੰਦਾ ਹੀ ਨਹੀਂ ਹੈ। ਇਮ ਸੂਛਮ ਗਤ ਜਾਣਹਿ ਨਾਹੀ। ਇਹ ਬੇਸਮਝੇ ਸਿੱਖ ਇਸ ਤਰ੍ਹਾਂ ਦੀ ਜਿਹੜੀ ਸੂਖਮ ਜੀ ਮਰਜ਼ਾਦਾ ਉਸ ਨੂੰ ਇਹ ਸਮਝਦੇ ਨਹੀਂ। ਜੇ ਇਨਕੀ ਮਨ ਸ਼ੰਕ ਨਾ ਜਾਏ। ਇਹ ਨਾ ਹੁਣ ਕਹਿੰਦੇ ਬੇਸਮਝਾਂ ਦੀ ਮਨ ਦੀ ਸ਼ੰਕਾ ਨਾ ਜਾਏ। ਮਮ ਸੰਗਤ ਕੋ ਕਿਆ ਫਲ ਪਾਏ। ਸਾਡੇ ਗੁਰੂ ਨਾਨਕ ਸਾਹਿਬ ਦੀ ਆ ਕੇ ਸੰਗਤ ਕਰ
ਕਰ ਰਹੇ, ਇਹਨਾਂ ਨੂੰ ਕੀ ਫਲ ਪਾਏਗੀ, ਫਲ ਮਿਲੇਗਾ। ਪੁਨ ਮਹਾਨ ਬਿਰਥਾ ਸਭ ਖੋਵੈ ਆਜ ਦਾ ਸ਼ੰਕਾ ਕਰ ਲਈ ਗੁਰੂ ਘਰ ਤੇ ਸਾਡੇ ਉੱਪਰ, ਜਿਹੜਾ ਇਹਨਾਂ ਨੇ ਮਹਾਨ ਪੁੰਨ ਕੀਤਾ ਸਭ ਵਿਅਰਥ ਕਰ ਲੈਣਗੇ। ਅਸ ਸੰਦੇਹ ਮੈਂ ਜੇ ਮਨ ਹੋਵੈ ਇਸ ਤਰ੍ਹਾਂ ਦਾ ਸੰਸ਼ੇ ਤਾਖਲੇ ਵਿੱਚ ਇਹਨਾਂ ਦਾ ਮਨ ਹੋਵੇ ਵੀ ਗੁਰੂ ਨਾਨਕ ਸਾਹਿਬ ਸੰਦੇਹ ਗਏ ਸੀ, ਇਹ ਦੇਸ਼ ਛੱਡ ਕੇ ਚਲੇ ਗਏ ਵੀ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਵਰਗੇ, ਗੁਰੂ ਨਾਨਕ ਦੇ ਤੁਲ ਨਹੀਂ ਇਹ ਹੋ ਸਕਦੇ। ਐਸਾ ਸ਼ੰਕਾ ਹੋ ਗਈ, ਇਹਨਾਂ ਦਾ ਭਲਾ ਨਹੀਂ ਹੋਣਾ, ਇਹਨਾਂ ਨੂੰ ਕੁਝ ਮਿਲਣਾ ਨਹੀਂ। ਸ਼ਰਧਾ ਤਿਆਗੇ ਦੋਸ਼ ਬਿਲਾਸੇ, ਜਦੋਂ ਗੁਰੂ ਘਰ ਤੇ ਸ਼ਰਧਾ ਛੱਡ ਗਈ ਇਹਨਾਂ ਨੂੰ ਬੜਾ ਭਾਰੀ ਦੋਸ਼ ਲੱਗੂਗਾ। ਔਰ ਨਿਸ਼ਚਾ ਇਨਕਾ ਸਭ ਹਾਲੇ, ਜਿੰਨਾ ਹਿਰਦੇ ਦਾ ਭਰੋਸਾ ਸਭ ਹਿਲ ਜੁਲ ਜਾਏਗਾ, ਡੋਲ ਜਾਣਗੇ। ਇਮ ਸਿੱਖਨ ਪਰ ਕਰਨਾ ਠਾਨੀ, ਕਿਉਂ ਵਿਚਾਰ ਕੇ ਮਹਾਰਾਜ ਨੇ ਸਿੱਖਾਂ ਉੱਪਰ ਐਸੀ ਕਿਰਪਾ ਕੀਤੀ। ਅਦਭੁਤ ਲੀਲਾ ਰਚੀ ਮਹਾਨੀ, ਉਹ ਵੀ ਮਹਾਰਾਜ ਨੇ ਸ਼ਰਜੀ ਤਰ੍ਹਾਂ ਦੀ ਜਿਹੜੀ ਲੀਲਾ ਜੀ ਰਚ ਲਈ ਕਰ ਲਈ। ਭਏ ਅਲੋਪ ਸਿੰਘਾਸਨ ਪਰ ਤੇ, ਕਿਉਂਕਿ ਸ਼ਰਜ ਲੀਲਾ ਰਚੀ ਹੈ ਵੀ ਆਪ ਗੁਰੂ ਨਾਨਕ ਸਾਹਿਬ ਦੇ ਸਿੰਘਾਸਨ ਉੱਪਰ ਬੈਠੇ ਬੈਠੇ ਗੋਬਿਤ ਹੋ ਗਏ। ਹੁਤੇ ਸਮੀਪ ਨਾ ਕਹੂੰ ਨਿਹਰਤੇ, ਜਿਹੜੇ ਕੋਲ ਬੈਠੇ ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਨੂੰ ਦੇਖ ਨਹੀਂ, ਉਹਨਾਂ ਨੂੰ ਦਰਸ਼ਨ ਨਹੀਂ ਹੋ ਰਹੇ। ਦੇਖ ਚਲਿੱਤਰ ਬਿਸਮ ਅਤ ਰਹੀ, ਬਿਸਮ ਮਤ ਰਹੀ। ਹਾਂ, ਇਸ ਤਰ੍ਹਾਂ ਚਰਜ ਦੇਖ ਕੌਤਕ ਦੇਖ ਕੇ ਸਾਰਿਆਂ ਦੀ ਬੁੱਧੀ ਚਰਜ ਹੈਰਾਨ ਹੋ ਰਹੀ ਹੈ। ਅਦਭੁਤ ਲੀਲਾ ਜਾਤ ਨਾ ਕਹੀ, ਗੁਰੂ ਅੰਗਦ ਸਾਹਿਬ ਦੇ ਚਰਜੀ ਲੀਲਾ ਕਹੀ ਨਹੀਂ ਜਾ ਸਕਦੀ ਹੈ। ਕਹੋਂ ਦਿਸ ਬੋਲ ਉੱਠੇ ਸਿੱਖ ਸਾਰੇ, ਇਹ ਸਾਰੇ ਸਿੱਖ ਸੇਵਕ ਚਾਰ ਛਪੇਰਿਆਂ ਤੋਂ ਉੱਠ ਬੋਲ ਉੱਠੇ ਹਨ। ਤਨ ਜੁਤ ਗੁਰ ਬੈਕੁੰਠ ਪਧਾਰੇ, ਸਤਿਗੁਰੂ ਗੁਰੂ ਅੰਗਦ ਸਾਹਿਬ ਤਾਂ ਸਰੀਰ ਦੇ ਸਮੇਤ ਹੀ ਸੱਚਖੰਡ ਨੂੰ ਚਲੇ ਗਏ। ਪਰਿਓ ਰਾਰ ਸੰਗਤ ਕੇ ਮਾਹੀ, ਹਾਂ, ਇਸ ਤਰ੍ਹਾਂ ਗੁਰੂ ਕੀ ਸਿੱਖ ਸੰਗਤਾਂ ਵਿੱਚ ਬੜਾ ਰੌਲਾ ਜਾ ਪੈ ਗਿਆ ਹੈ। ਸਤਿਗੁਰ ਦਰਸ਼ਨ ਪ੍ਰਾਪਤ ਨਾਹੀ, ਮਹਾਰਾਜ ਦਾ ਦਰਸ਼ਨ ਸਿੰਘਾਸਨ ਤੇ ਨਹੀਂ ਹੋ ਰਿਹਾ, ਮਹਾਰਾਜ ਤਾਂ ਸੰਦੇਹੇ ਚਲੇ ਗਏ ਸੱਚਖੰਡ। ਲੰਗਰ ਵਿਖੇ ਸੇਵਕ ਸਭ ਕੇਰੀ, ਆਓ ਸਵੇਰੇ ਗੁਰੂ ਕੇ ਲੰਗਰ ਵਿੱਚ ਆਈ ਗਈ ਸਿੱਖ ਸੰਗਤ ਦੀ ਜਿਹੜੀ ਕੋਈ ਸੇਵਾ ਹੈ ਲੰਗਰ ਪਾਣੀ ਛਕਾਉਣ ਦੀ। ਕਰਤ ਹੁਤੇ ਸ੍ਰੀ ਅਮਰ ਬਡੇਰੀ, ਜੋ ਸਭ ਤੋਂ ਵੱਡੀ ਉਮਰ ਵਾਲੇ ਗੁਰੂ ਅਮਰਦਾਸ ਸਾਹਿਬ ਜੀ ਉਹ ਸਾਹਮਣੇ ਸਾਰੀ ਸੇਵਾ ਕਰ ਰਹੇ ਸਨ। ਸੁਨ ਕਰ ਚੱਲ ਆਏ ਤਤਕਾਲਾ, ਲੰਗਰ ਵਿੱਚੋਂ ਸੁਣ ਕੇ ਬੜੀ ਛੇਤੀ ਚੱਲ ਕੇ ਆਏ ਗੁਰੂ ਅਮਰਦਾਸ ਸਾਹਿਬ। ਪਰਿਓ ਸਿੰਘਾਸਨ ਹੀਨ ਕਿਰਪਾਲਾ, ਵੇਖਿਆ ਦਿਆਲੂ ਕਿਰਪਾਲੂ ਦਾ ਜਿਹੜਾ ਸਿੰਘਾਸਨ ਹੈ ਆਪ ਕੀ ਤੋਂ ਬਗੈਰ ਖਾਲੀ ਪਿਆ ਹੈ। ਗੁਰੂ ਅੰਗਦ ਸਾਹਿਬ ਦੇਸੀ ਨਹੀਂ ਰਹੇ ਸਿੰਘਾਸਨ ਤੇ। ਪਿਖ ਸ੍ਰੀ ਅੰਗਦ ਕੀ ਅਸ ਲੀਲਾ, ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਦੀ ਐਸੀ ਲੀਲਾ ਤੱਕ ਕੇ ਖਰੇ ਹੋਏ ਕਰ ਤਹਾਂ ਸੁਚੀਲਾ, ਬੜੇ ਸੀਰ ਸੁਭਾਅ ਵਾਲੇ ਇਸ ਤਰ੍ਹਾਂ ਖੜਿਆ ਹੋ ਕੇ ਗੁਰੂ ਅਮਰਦਾਸ ਸਾਹਿਬ ਜੀ ਅਚਰਜ ਗਤ ਕੁਛ ਲਖੀ ਨਾ ਜਾਵੇ। ਹਮਾਰਾ ਆਪ ਦੀ ਜਿਹੜੀ ਚਰਜੀ ਰੀਤੀ ਮਰਿਆਦਾ ਕੋਈ ਜਾਣੀ ਨਹੀਂ ਜਾਂਦੀ। ਜੋ ਸਮ ਹੋਏ ਤਉ ਕੁਛ ਪਾਵੇ, ਹਮਾਰਾ ਆਪ ਜੀ ਦੇ ਬਰਾਬਰ ਹੋਵੇ ਉਹੀ ਕੋਈ ਸਮਝ ਪਾਏ ਵੀ ਐਸਾ ਕਿਉਂ ਕਰੇ ਆਪ ਜੀ ਨੇ। ਕਰਹਿ ਵਿਚਾਰਨ ਆਪਣੇ ਚੀਤ, ਇਹ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਚਿੱਤ ਵਿੱਚ ਹੀ ਇਹ ਵਿਚਾਰ ਕਰ ਰਹੇ ਹੈ। ਸ੍ਰੀ ਗੁਰ ਕਿਉ ਕੀਨਸ ਅਸਰੀਤ, ਮਹਾਰਾਜ ਜੀ ਨੇ ਇਸ ਤਰ੍ਹਾਂ ਅਲੋਪ ਹੋਣ ਦੀ ਰੀਤੀ ਮਰਿਆਦਾ ਕਿਉਂ ਕੀਤੀ। ਤਾਤ ਭਰਨ ਕੋ ਨੀਕੇ ਜਾਨਾ, ਇਹ ਆਪ ਹੁਣ ਉਹੀ ਸਰੂਪ ਸੀ ਜਿਹੜਾ ਅੰਦਰਲਾ ਜਿਹੜਾ ਪ੍ਰਯੋਜਨ ਸੀ ਉਹ ਚੰਗੀ ਤਰ੍ਹਾਂ ਜਾਣ ਲਿਆ ਹੈ। ਪ੍ਰਗਟਾਵਨਾ ਹਿਤ ਸੁਜਸ ਬਖਾਨਾ, ਉਸ ਵੇਲੇ ਗੁਰੂ ਅੰਗਦ ਸਾਹਿਬ ਨੂੰ ਦੁਬਾਰਾ ਪ੍ਰਗਟ ਕਰਨ ਵਾਸਤੇ ਸੇਠ ਜਸ ਕਹਿਣ ਲੱਗੇ। ਪ੍ਰਮਾਣ ਕਾ ਛੰਦ ਆਨੰਦ ਕੰਦ ਰੂਪ ਹੋ, ਇਹ ਗੁਰੂ ਅੰਗਦ ਸਾਹਿਬ ਜੀ ਆਪ ਤਾਂ ਬੜੇ ਭਾਰੀ ਆਨੰਦੇ ਬੱਦਲ ਰੂਪ ਹੋ ਜਾਂ ਆਨੰਦੇ ਕੰਦਾਤਾ ਹੋ। ਬਿਲੰਦ ਭੂਪ ਭੂਪ ਹੋ, ਜਿਹੜੇ ਵੱਡੇ ਵੱਡੇ ਰਾਜੇ ਉਹਨਾਂ ਦੇ ਵੀ ਵੱਡੇ ਰਾਜਾ ਰੂਪ ਹੋ। ਨਾ ਆਦ ਅੰਤ ਤੋਹਿ ਕੋ, ਨਾ ਤੁਹਾਡਾ ਆਦ ਹੈ ਮੁੱਢ ਹੈ ਨਾ ਕੋਈ ਅੰਤ ਹੈ ਅਖੀਰ ਹੈ। ਸਮਾਨ ਆਨ ਹੋਹਿ ਕੋ, ਤੁਹਾਡੇ ਸਮਾਨ
ਸਮਾਨ ਬਰਾਬਰ ਹੋਣ ਕੋਈ ਕੌਣ ਕੋਈ ਹੋ ਸਕਦਾ ਹੈ। ਮੁਕੰਦ ਸੇਵਕਾਨ ਕੋ ਜਿਹੜੇ ਸੇਵਾ ਕਰਨ ਵਾਲਿਆਂ ਨੂੰ ਮੁਕਤੀ ਦੇਣ ਵਾਲੇ ਮੁਕਤਾ ਦਾਤਾ ਹੋ। ਪ੍ਰਕਾਸ਼ ਚੰਦ ਭਾਨ ਕੋ ਇਹ ਤਾਂ ਮਹਾਰਾਜ ਜਿਹੜੇ ਚੰਦਰਮਾ ਤੇ ਸੂਰਜ ਉਹਦੇ ਵੀ ਪ੍ਰਕਾਸ਼ ਬਖਸ਼ਣ ਵਾਲੇ ਪ੍ਰਕਾਸ਼ਣ ਵਾਲੇ ਹੋ। ਸੋ ਦਾਨ ਦੇ ਜਹਾਨ ਕੋ ਸਾਰੇ ਸੰਸਾਰ ਨੂੰ ਭਉ ਭਗਤੀ ਦਾ ਗਿਆਨ ਦਾ ਦਾਨ ਦੇਣ ਵਾਲੇ ਹੋ। ਕਰ ਜੋ ਖਾਨ ਪਾਨ ਕੋ ਜਿਹੜਾ ਕੋਈ ਪ੍ਰਤੱਖ ਰੂਪ ਖਾਣਾ ਪੀਣਾ ਕਰੇ ਇਹ ਵੀ ਦਾਨ ਦੇਣ ਤੁਸੀਂ ਬਾਣ ਵਾਲੇ ਹੋ। ਚਰਿੱਤਰ ਤੋ ਬਚਿੱਤਰ ਇਹ ਹੈ ਮਹਾਰਾਜ ਜਿਹੜੇ ਚਿੱਤਰ ਕਹੋ ਦੇ ਕਹੋ ਤਾਂ ਵਿਚਿੱਤਰ ਅਚਰਜੀ ਹੈ ਅਥਵਾ ਵਿਚਿੱਤਰ ਨਾਨਾ ਤਰ੍ਹਾਂ ਦੇ ਹੈ। ਭਨੇ ਸੁਨੇ ਪਵਿੱਤਰ ਜਿਹੜਾ ਹੈ ਇਹ ਕੌਤਕਾਂ ਨੂੰ ਕਹਿੰਦਾ ਸੁਣਦਾ ਉਹ ਵੀ ਪਿੱਤਰ ਹੋ ਜਾਂਦਾ ਹੈ। ਅਦੇਵ ਦੇਵਨਾਥ ਹੈ ਆਹ ਤਾਂ ਮਹਾਰਾਜ ਦੇਵਤਾਂ ਦੇਵਤਿਆਂ ਦੇ ਵੀ ਮਾਲਕ ਹੈ। ਸਭੈ ਨਿਵਾਏ ਮਾਥ ਹੈ ਸਾਰੇ ਮਹਾਰਾਜ ਜੀ ਦੇ ਚਰਨਾਂ ਤੇ ਮਸਤਕ ਨਿਵਾਉਂਦੇ ਝੁਕਾਉਂਦੇ ਅਜਾਏ ਹੋ ਅਮਾਏ ਹੋ ਜਨਮਾ ਹੋ ਇਸ ਤਰ੍ਹਾਂ ਮਾਇਆ ਦੇ ਤੂੰ ਪ੍ਰਭਾਵਿਤ ਹੋ ਰਹਿਤ ਹੋ। ਸਦੀਵ ਸੁਧ ਪਾਏ ਹੋ ਹਮੇਸ਼ਾ ਕਹਿੰਦੇ ਸੁਧ ਪਿਤਰ ਰੂਪ ਹੀ ਹੋ। ਪਰੰਪਰਾ ਪਰੇਸ਼ ਹੋ ਸੁਧ ਪਿਤਰ ਸੁਧ ਤੇ ਪਾਏ ਪ੍ਰਕਾਸ਼ ਰੂਪ ਹੋ ਪਰੰਪਰਾ ਪ੍ਰੇਸ਼ ਹੋ। ਇਸ ਤਰ੍ਹਾਂ ਕਹਿੰਦੇ ਜਿਹੜੇ ਪਰੇ ਤੋਂ ਪਰੇ ਉਹਨਾਂ ਤੋਂ ਵੀ ਤੁਸੀਂ ਪਰੇ ਈਸ਼ਵਰ ਰੂਪ ਹੋ। ਭਾਵ ਜਿੰਨੇ ਵੀ ਹਨ ਪਰੇ ਤੋਂ ਪਰੇ ਉਹਨਾਂ ਤੋਂ ਵੀ ਪਰੇ ਹੋ ਤੁਸੀਂ ਈਸ਼ਵਰ ਰੂਪ ਹੋਣ ਕਰਕੇ। ਧਰੰਤਰਾ ਆਦੇਸ਼ ਹੋ ਜਿਹੜੀ ਧਰਤੀ ਉਹਦੇ ਧਰਾ ਤੁਸੀਂ ਆਸਰਾ ਰੂਪ ਹੋ ਜਾਂ ਧਰਾ ਧਰਤੀ ਦੇ ਧਰਾ ਧਾਰਨ ਵਾਲੇ ਨਮਸਕਾਰ ਹੈ ਤੁਹਾਨੂੰ। ਰਹੇ ਵਿਸ਼ਾਲ ਗੋਪ ਹੋਐ ਇਹ ਐਸੇ ਪਰਮੇਸ਼ਰ ਰੂਪ ਗੁਰੂ ਅੰਗਦ ਸਾਹਿਬ ਜੀ ਇੰਨੇ ਮਹਾਨ ਹੋ ਕੇ ਆਪ ਗੁਪਤ ਹੋ ਰਹੇ। ਜੇ ਖੋਜੈ ਨ ਓਪ ਹੈ ਇਸ ਹੋਏ ਦੁਨੀਆ ਵਿੱਚ ਲੱਭੀਏ ਵੀ ਆਪ ਵਰਗਾ ਲੋਪ ਰਹਿਣ ਵਾਲਾ ਕੋਈ ਹੈਗਾ ਤਾਂ ਕੋਈ ਲੱਭਦਾ ਨਹੀਂ ਉਪਮਾ ਵਾਸਤੇ। ਅਜਾਨ ਲੋਕ ਹੋਇ ਰਹੇ ਹਮਾਰਾ ਅਣਜਾਣ ਜੇ ਸਿੱਖ ਸੇਵਕ ਥੋੜੇ ਜੇ ਹੋ ਰਹੇ ਬੇਸਮਝ ਹੋ ਰਹੇ ਵਿੱਚੋਂ ਪ੍ਰਤੀਤ ਧਾਰ ਨਾ ਲਹੇ ਇਹਨਾਂ ਨੇ ਯਕੀਨ ਧਾਰ ਕੇ ਆਪ ਜੀ ਨੂੰ ਨਹੀਂ ਵੇਖਿਆ ਜਾਣਿਆ। ਗੁਰੂ ਮਹਾਨ ਚੀਨਿਓ ਆਪ ਤਾਂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸਮਾਨ ਹੀ ਮਹਾਨ ਗੁਰੂ ਜਾਣੇ ਜਾਂਦੇ ਹੋ। ਨਿਹਾਲ ਦਾਸ ਕੀਨਿਓ ਆਪ ਜੀ ਨੇ ਦਾਸਾਂ ਨੂੰ ਬੜਾ ਨਿਹਾਲੋ ਨਿਹਾਲ ਕੀਤਾ ਹੈ। ਨਿਵਾਰ ਮੋਹ ਤਾਪ ਕੋ ਆਪ ਤਾਂ ਮੋਹ ਰੂਪੀ ਜਿਹੜਾ ਤਾਪ ਨੂੰ ਨਿਵਰਤ ਕਰ ਦਿੰਦੇ ਹੋ। ਜਪਾਏ ਨਾਮ ਜਾਪ ਕੋ ਜਿਹੜਾ ਵਾਹਿਗੁਰੂ ਨਾਮ ਦਾ ਜਾਪ ਹੈ ਜਪਾਉਣਾ ਕੀਤਾ ਤੇ ਜਪਾਇਆ ਹੈ। ਸਦਾ ਅਧੀਨ ਪ੍ਰੇਮ ਕੋ ਆਪ ਤਾਂ ਮਹਾਰਾਜ ਜਿਹੜਾ ਜਿੱਥੇ ਪ੍ਰੇਮ ਕਰਦਾ ਉਹਦੇ ਅਧੀਨ ਹੋ ਵਸ ਹੋ। ਨਿਬਾਹ ਕੀਨ ਨੇਮ ਕੇ ਇਹ ਆਪ ਜੀ ਜਿਹੜਾ ਨੇਮ ਹੈ ਜ਼ਿੰਦਗੀ ਪਰ ਨਿਭਾਉਣਾ ਕੀਤਾ ਹੈ। ਸੁਤਾਏ ਜੇਮ ਹੇਮ ਕੇ ਇਸ ਤਰ੍ਹਾਂ ਜਿਵੇਂ ਸੋਨਾ ਤਪਾਇਆ ਹੁੰਦਾ ਹੈ। ਸੋ ਦਾਨ ਦੇਤ ਛੇਮ ਕੇ ਇਸ ਤਰ੍ਹਾਂ ਸੋਨੇ ਵਾਂਗੂ ਤਪਾ ਕੇ ਪਰ ਕਰਕੇ ਫਿਰ ਦਾਨ ਜਿਹੜਾ ਕਲਿਆਣ ਦਾ ਬਖਸ਼ ਦਿੰਦੇ ਹੋ। ਸੋ ਛੰਦ ਸਿੰਧ ਨੰਦਨਾ ਮਹਾਰਾਜ ਸੁਤੰਤਰ ਹੋ ਸਮੁੰਦਰ ਨੂੰ ਸੁੰਦਰ ਨੰਦਨਾ ਜਿਵੇਂ ਚੰਦਰਮਾ ਹੁੰਦਾ ਹੈ ਸਮੁੰਦਰ ਦਾ ਪੁੱਤਰ ਇਸ ਤਰ੍ਹਾਂ ਸੁਤੰਤਰ ਪ੍ਰਕਾਸ਼ਵਾਨ ਹੋ ਆਨੰਦ ਬਖਸ਼ਣ ਵਾਲੇ ਹੋ। ਅਮੰਦ ਹੋ ਮਨਿੰਦ ਨਾ ਆਪ ਤਾਂ ਮਨ ਉਜਰ ਰੂਪ ਹੈ ਆਪ ਜੀ ਦੇ ਤੁਲ ਕੋਈ ਹੋ ਨਹੀਂ ਸਕਦਾ। ਗੋਬਿੰਦ ਸਤਰ ਕੰਦਨਾ ਇਸ ਤਰ੍ਹਾਂ ਗੋਬਿੰਦ ਰੂਪ ਅੰਦਰਲੇ ਬਹਿਰੇ ਬਾਹਰਿਆਂ ਦੇ ਕਾਮਾਦਿਕਾਂ ਦੇ ਕੱਟਣ ਵਾਲੇ ਹੋ। ਸੋ ਬੰਦਨਾ ਤੋ ਬੰਦਨਾ ਇਸ ਕਰਕੇ ਮਹਾਰਾਜ ਨਮਸਕਾਰ ਹੈ ਸੇਸ਼ ਢੰਗ ਨਾਲ ਫਿਰ ਨਮਸਕਾਰ ਹੈ। ਦੋਹਰਾ ਸ੍ਰੀ ਸਤਗੁਰ ਕਿਮ ਆਪ ਅਬ ਕਿਉਂ ਇਸ ਤਰ੍ਹਾਂ ਕਹਿ ਕੇ ਜਾਸ ਉਸ ਤੋਂ ਬਾਅਦ ਕਹਿਣ ਲੱਗੇ ਹੇ ਗੁਰੂ ਅੰਗਦ ਸਾਹਿਬ ਜੀ ਆਪ ਜੀ ਨੇ ਕਿਸ ਤਰ੍ਹਾਂ ਹੋਏਗੇ ਅੰਤਰ ਧਿਆਨ ਮਹਾਰਾਜ ਦੇ ਤਖਤ ਤੇ ਬੈਠਿਆ ਕਿਵੇਂ ਅਲੋਪ ਹੋ ਗਏ। ਲੋਕਨ ਕੀ ਸ਼ੰਕਾ ਕਹਾ ਮਹਾਰਾਜ ਲੋਕਾਂ ਦੀ ਸ਼ੰਕਾ ਆਪ ਜੀ ਨੇ ਕੀ ਕਰਨੀ ਸੀ ਇਹ ਬੇਸਮਝ ਕਰ ਰਹੇ ਸਿਆਣਿਆਂ ਨੂੰ ਤਾਂ ਨਹੀਂ ਇਹ ਸ਼ੰਕਾ ਉੱਠ ਰਹੀ ਹੈ। ਤੁਮਹਿ ਨਾ ਉਚਿਤ ਮਹਾਨ ਕਰਕੇ ਮਹਾਰਾਜ ਇਸ ਤਰ੍ਹਾਂ ਬੇਸਮਝ ਸਿੱਖਾਂ ਦੀ ਸ਼ੰਕਾ ਹੋਣ ਤੋਂ ਤੁਹਾਨੂੰ ਇਸ ਤਰ੍ਹਾਂ ਲੋਪ ਹੋਣਾ ਯੋਗ ਹੈ ਨਹੀਂ ਸੀ। ਦੇਹੁ ਦਰਸ਼ਨ ਕਰੁਣਾ ਕਰਹੁ ਇਸ ਕਰਕੇ ਮਹਾਰਾਜ ਦਰਸ਼ਨ ਦਿਓ
ਬਹੁਤ ਕਿਰਪਾ ਕਰੋ। प्रथम जगत की रीत ਇਹ ਸੰਸਾਰ ਦੀ ਪਹਿਲੀ ਰੀਤੀ ਹੈ ਵੀ ਦੇਹ ਛੱਡ ਕੇ ਤੇ ਫੇਰ ਜਾਣਾ ਹੋ ਜਾਓ ਜੀ। करते रहे सो अब करहो ਇਹ ਪਹਿਲਾਂ ਕਰਦੇ ਰਹੇ ਉਹ ਰੀਤੀ ਮਹਾਰਾ ਆਪ ਜੀ ਹੁਣ ਕਰੋ। क्यों ठानहो विपरीत ਇਸ ਤਰ੍ਹਾਂ ਮਹਾਰਾ ਉਲਟੀ ਰੀਤੀ ਜੀ ਆਪ ਕਿਉਂ ਕਰਦੇ ਹੋ। परम धाम अभिराम को ਜਿਹੜਾ ਮਹਾਨ ਕਹਿੰਦੇ ਵੱਡਾ ਘਰ ਸੱਚਖੰਡ ਬੜਾ ਸੁੰਦਰ ਹੈ। गमन एह तन ਆਹ ਲੋਕਾਂ त्याग ਵਾਂਗੂ ਹੀ ਮਹਾਰਾ ਸਰੀਰ ਛੱਡ ਕੇ ਫੇਰ ਵੱਡਾ ਘਰ ਸੱਚਖੰਡ ਉੱਥੇ ਜਾਓ ਜੀ। इम बिनती सुन दास की ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਦੀ ਬੇਨਤੀ ਨੂੰ ਸੁਣ ਕੇ जान महा अनुराग ਜਾਣਿਆ ਵੀ ਮਹਾਨ ਇਹ ਪ੍ਰੇਮੀ ਹੈ, ਪ੍ਰੇਮ ਵਿੱਚ ਬੇਨਤੀ ਕਰ ਰਹੇ ਹੈ। सिंहासन पर विदित पे ਆ ਜਦੋਂ ਬੇਨਤੀ ਕੀਤੀ ਹੈ ਉਸੇ ਵੇਲੇ ਗੁਰੂ ਅੰਗਦ ਸਾਹਿਬ ਜੀ ਸਿੰਘਾਪਨ ਉੱਪਰ ਫੇਰ ਪ੍ਰਗਟ ਹੋ ਗਏ। देख सकल हार खाए ਕਿੰਨੇ ਸਿੱਖ ਸੇਵਕ ਬੈਠੇ ਦੇਖ ਦੇਖ ਕੇ ਖੁਸ਼ ਹੋ ਗਏ। जय जय शब्द उचार कर ਹਰ ਪਾਸੇ ਤੋਂ ਜੈ ਹੋਵੇ ਗੁਰੂ ਅੰਗਦ ਸਾਹਿਬ ਜੀ ਦੀ, ਜੈ ਫਤਿਹ ਹੋਵੇ ਗੁਰੂ ਅੰਗਦ ਸਾਹਿਬ ਜੀ ਉਚਾਰਦੇ। परे दौर सब पाए ਉਹ ਜਿੰਨੇ ਸਿੱਖ ਸੇਵਕ ਹੈ ਦੌੜ ਕੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਟਹਿ ਪਏ ਹੈ। ਵੀ ਸਭ ਜਿਹੜੇ ਸ਼ੰਕਾ ਕਰ ਰਹੇ ਹੋ ਮਾਫੀਆਂ ਮੰਗ ਰਹੇ ਕਿ ਮਹਾਰਾਜ ਐਵੇਂ ਬੈਠਿਆਂ ਬੈਠਿਆਂ ਮਨ ਵਿੱਚ ਇਹ ਸ਼ੰਕਾ ਫਰਿਆਈ ਕਿ ਕੀ ਗੁਰੂ ਨਾਨਕ ਸਾਹਿਬ ਜੀ ਦੇ ਤੁੱਲ ਹੈ ਜਿਵੇਂ ਉਹ ਸੰਦੇਹ ਗਏ, ਇਹ ਵੀ ਸੰਦੇਹ ਜਾਣਗੇ ਕਿ ਦੇਹ ਛੱਡ ਕੇ ਜਾਣਗੇ। ਉਹ ਭਾਵੇਂ ਸਰੀਰ ਛੱਡ ਕੇ ਜਾਣ, ਭਾਵੇਂ ਸਰੀਰ ਤੋਂ ਸਰੀਰ ਦੇ ਸਮੇਤ ਹੀ ਚਲੇ ਜਾਣ, ਕਿਉਂਕਿ ਸਤਿਗੁਰੂ ਸਰੀਰ ਰੂਪ ਹੁੰਦੇ ਨਹੀਂ, ਇਹ ਤਾਂ ਦੇਖਣ ਵਾਸਤੇ ਸਰੀਰ ਦਿਸ ਰਿਹਾ ਹੁੰਦਾ ਹੈ। ਹੁਣ ਜਿਹੜੇ ਕੋਈ ਐਸੇ ਸੱਤ ਹੁੰਦੇ ਅਵਤਾਰੀ ਪੁਰਸ਼ ਹੁੰਦੇ ਹੈ ਉਹਨਾਂ ਦਾ ਐਸਾ ਸਰੀਰ ਨਹੀਂ ਹੁੰਦਾ ਜਿਵੇਂ ਸਾਡਾ ਇਹ ਸਥੂਲ ਸਰੀਰ ਜਾਂ ਹੱਡ ਚੰਮਦਾ ਹੁੰਦਾ ਹੈ। ਉਹ ਤਾਂ ਭਾਵਨਾ ਕਰਕੇ ਦਿਸ ਰਿਹਾ ਹੁੰਦਾ ਹੈ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਦੋਂ ਉਹ ਨੰਦੇੜ ਸ਼ਹਿਰ ਵਿਖੇ ਜਿੱਥੇ ਅੱਜ ਸੱਚਖੰਡ ਗੁਰਦੁਆਰਾ ਬਣਿਆ ਜੋਤੀ ਜੋਤ ਸਮਾਉਣ ਲੱਗੇ ਹੈ, ਜਿੰਨੇ ਸਿੰਘ ਸੀ ਆਪ ਜੀ ਨੂੰ ਉੱਠ ਕੇ ਮੱਥਾ ਟੇਕ ਰਹੇ ਤੇ ਚਰਨੀ ਹੱਥ ਲਾਉਣ ਦੀ ਕੋਸ਼ਿਸ਼ ਕਰ ਰਹੇ ਵੀ ਆਖਰੀ ਦਰਸ਼ਨ ਆਖਰੀ ਚਰਨਾਂ ਤੇ ਹੱਥ ਲਾ ਕੇ ਮੱਥਾ ਟੇਕ ਲੋ, ਮੁੜ ਕੇ ਨਹੀਂ ਕੋਈ ਹੋਣਾ ਹੈ। ਰਾਜ ਮਹਾਰਾਜ ਨੇ ਅਚਰਜੀ ਕੌਤਕ ਕੀਤਾ। ਦਰਸ਼ਨ ਤਾਂ ਹੋ ਹੀ ਜਾ ਰਹੇ ਹੈ ਪਰ ਚਰਨ ਜਿਹੜੇ ਮਹਾਰਾਜ ਦੇ ਹੱਥਾਂ ਵਿੱਚ ਨਹੀਂ ਆ ਰਹੇ। ਸਿੰਘ ਕਹਿਣ ਲੱਗੇ ਮਹਾਰਾਜ ਇਹ ਕੀ ਲੀਲਾ ਕੀ ਕਾਰਨ ਹੈ। ਪਹਿਲਾਂ ਜਦੋਂ ਚਰਨਾਂ ਤੇ ਹੱਥ ਲਾਉਂਦੇ ਸੀ ਤੁਹਾਡੇ ਚਰਨ ਹੱਥਾਂ ਵਿੱਚ ਆਉਂਦੇ ਸੀ, ਛੂਹਦੇ ਸੀ। ਅੱਜ ਸਰੂਪ ਦੇ ਦਰਸ਼ਨ ਹੋ ਰਹੇ ਆ, ਤੁਹਾਡੇ ਚਰਨ ਹੱਥਾਂ ਵਿੱਚ ਨਹੀਂ ਆ ਰਹੇ। ਮਹਾਰਾਜ ਹੱਸ ਕੇ ਕਹਿਣ ਲੱਗੇ ਵੀ ਇਹ ਜਿਹੜਾ ਸਰੀਰ ਹੈ ਨਾ ਇਹ ਪੰਜ ਭੌਤਿਕ ਨਹੀਂ, ਪੰਜ ਤੱਤਾਂ ਦਾ ਨਹੀਂ, ਇਹ ਤਾਂ ਤੁਹਾਡੀ ਭਾਵਨਾ ਕਰਕੇ ਐਸਾ ਸਰੂਪ ਹੀ ਇਹ ਹੱਥਾਂ ਵਿੱਚ ਬਾਕੀ ਸਥੂਲ ਸਰੀਰ ਆ ਜਾਂਦੇ ਪਕੜੇ ਜਾਂਦੇ ਹੋਣੀ ਇਹ ਹੈ। ਇਸ ਕਰਕੇ ਆਚਾर्य ਸਰੂਪ ਹੀ ਹੈ। ਉਹ ਇਸ ਤਰ੍ਹਾਂ ਗੁਰੂ ਕਲਗੀਧਰ ਜੀ ਨੇ ਵੀ ਐਸਾ ਕੌਤਕ ਜਿਹਾ ਆਪਣੇ ਸਰੀਰ ਛੱਡਣ ਸਮੇਂ ਸਾਰੇ ਸਿੰਘਾਂ ਨੂੰ ਕਰਕੇ ਦਿਖਾਇਆ ਸੀ। ਕਈ ਜਿਹੜੇ ਇਤਿਹਾਸ ਵਿੱਚ ਪੜ੍ਹਨ ਵਾਲੇ ਉਹ ਗੁਰੂ ਮਹਾਰਾਜ ਦੇ ਸਰੀਰ ਨੂੰ ਐਸਾ ਕੋਈ ਜਾਣ ਕੇ ਬੇਸਮਝੀ ਵਿੱਚ ਕਿ ਉਹ ਗੁਰੂ ਮਹਾਰਾਜ ਨੂੰ ਵੀ ਆਮ ਮਨੁੱਖਾਂ ਵਰਗੇ ਕਹਿ ਜਾਂਦੇ ਨਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਬਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਗੁਰੂ ਨਾਨਕ ਦੇਵ ਗੋਬਿੰਦ ਰੂਪ ਹੈ ਪਾਰ ਬ੍ਰਹਮ ਗੁਰ ਨਾਹੀ ਭੇਦ ਲਿਖਿਆ ਹੈ। ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਗੁਰੂ ਨਾਨਕ ਸਾਹਿਬ ਜੀ ਬਾਕੀ ਸਰੂਪ ਸਾਰੇ ਪਰਮੇਸ਼ਰ ਦਾ ਸਰੂਪ ਸਨ। ਵਾਹਿਗੁਰੂ ਭਾਵੇਂ ਗੁਪਤ ਹੋ ਜਾਏ ਆਪਣੀ ਮੌਜ ਵਿੱਚ, ਭਾਵੇਂ ਪ੍ਰਗਟ ਹੋ ਕੇ ਕਿਸੇ ਰੂਪ ਵਿੱਚ ਬਹਿ ਜਾਏ, ਇਹ ਉਹਦੀ ਆਪਣੀ ਇੱਛਾ ਆਪਣੀ ਮੌਜ ਹੈ। ਜਿਹੜਾ ਕੋਈ ਸਿਆਣਾ ਗੁਰਸਿੱਖ ਹੈ, ਸਿਆਣਾ ਸੂਝਵਾਨ ਹੈ, ਉਹ ਤਾਂ ਐਸੀ ਵਾਹਿਗੁਰੂ ਦੀ ਲੀਲਾ ਦੇਖ ਕੇ ਕੋਈ ਸ਼ੰਕਾ ਨਹੀਂ ਕਰਦਾ ਹੈ। ਜਿਹੜੇ ਬੇਸਮਝ ਹੈ ਉਹ ਇਹੋ ਜਿਹੀਆਂ ਸ਼ੰਕਾ ਉਸ ਵੇਲੇ ਵੀ ਕਰੀ ਜਾਂਦੇ ਸੀ, ਅੱਜ ਕੱਲ੍ਹ ਵੀ ਐਸਾ ਕਰਾਈ ਜਾਂਦੇ। ਕਹਿੰਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੇ
ਪ੍ਰਤੱਖ ਸਰੂਪ ਹੈ, ਪ੍ਰਗਟ ਗੁਰਾਂ ਕੀ ਦੇਹ ਹੈ। ਇਹਨਾਂ ਦਾ ਇਸ਼ਨਾਨ ਕਿਉਂ ਨਹੀਂ ਹੁੰਦਾ ਹੈ, ਇਹਨਾਂ ਨੂੰ ਗਾਤਰਾ ਕਿਰਪਾਨ ਕਿਉਂ ਨਹੀਂ ਹੈ, ਇਹਨਾਂ ਦਾ ਆਪ ਕਿਉਂ ਨਹੀਂ ਆ ਨਹੀਂ ਹੈ। ਇਸ ਤਰ੍ਹਾਂ ਦੀਆਂ ਸ਼ੰਕਾਵਾਂ ਕਰਕੇ ਉਹ ਗੁਰੂ ਮਹਾਰਾਜ ਦੀ ਜਿਹੜੇ ਅੰਦਰਲੇ ਭਾਵਾਂ ਦਾ ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅਮਲ ਸਾਰੇ ਤੋਂ ਦੂਰ ਹੋ ਰਹੇ ਹੈ, ਨੁਕਸਾਨ ਉਠਾ ਰਹੇ ਹਨ। ਇਹ ਤਾਂ ਹੁਣ ਸ਼ਬਦ ਰੂਪ ਹੈ, ਤੀਨ ਰੂਪ ਹੈ। ਹੂਰ ਕੇ ਸੁਣੋ ਆਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਸੋਏ ਸਮਝ ਆਏ। ਇੱਕ ਸਾਡਾ ਨਿਰਗੁਣ ਸਰੂਪ ਹੈ, ਜਿਹੜਾ ਰੂਪ ਰੰਗ ਤੋਂ ਚੇਨ ਚੱਕਰ ਤੋਂ ਬਾਹਰ ਇੱਕ ਸਰਗੁਣ ਸਰੂਪ ਹੈ, ਦਿਸਣ ਵਾਲਾ ਵੀ ਹੈ। ਤੀਸਰਾ ਸਾਡਾ ਸ਼ਬਦ ਰੂਪ ਹੈ, ਗੁਰਬਾਣੀ ਹੈ। ਇਸ ਕਰਕੇ ਹੈ ਉਹ ਤਿੰਨੇ ਸਰੂਪ ਇੱਕੋ ਜਿਹੇ, ਹਰ ਇਸ ਤਰ੍ਹਾਂ ਥੋੜਾ ਥੋੜਾ ਫਰਕ ਹੈ। ਜਿੱਥੇ ਸ਼ਬਦ ਰੂਪ ਹੈ ਉੱਥੇ ਇਹ ਹੈ ਉਪਦੇਸ਼ ਦੇ ਰਹੇ ਹੈ। ਪਾਣੀ ਦੁਆਰਾ ਉਂਝ ਕੋਈ ਹੱਥਾਂ ਪੈਰ ਨਹੀਂ ਹੈ, ਕੋਈ ਖਾਣਾ ਪੀਣਾ ਨਹੀਂ ਹੈ, ਕਿਉਂਕਿ ਸ਼ਬਦ ਰੂਪ ਹੋ ਰਹੇ ਹੈ। ਸ਼ਬਦ ਦਾ ਅਸੀਂ ਇਸ਼ਨਾਨ ਨਹੀਂ ਕਰਾ ਸਕਦੇ। ਜਿਹੜਾ ਵਾਕ ਹੁੰਦਾ ਸਾਡੇ ਮੁਖ ਤੋਂ ਉਹ ਗਿਆਨ ਤਾਂ ਸਾਰਾ ਦਿੰਦਾ ਨਾ ਸਾਨੂੰ, ਬਸ ਸੂਰ ਰੂਪ ਵਿੱਚ ਉਹਦੇ ਦਰਸ਼ਨ ਨਹੀਂ ਹੁੰਦੇ ਵਾਕ ਦੇ। ਉਹ ਕੋਈ ਵੀ ਅਸੀਂ ਜ਼ੁਬਾਨ ਤੋਂ ਵਾਕ ਕਹੀਏ ਨਹੀਂ ਦਰਸ਼ਨ ਹੁੰਦੇ, ਤੇ ਉਹਦੇ ਵਿੱਚੋਂ ਵਾਕ ਦੇ ਵਿੱਚੋਂ ਗਿਆਨ ਪੂਰਾ ਪੂਰਾ ਸਾਨੂੰ ਹਾਸਲ ਹੁੰਦਾ ਹੈ। ਜੇ ਚੰਗਾ ਵਾਕ ਤੇ ਚੰਗਾ ਗਿਆਨ ਹੋਊਗਾ, ਤੇ ਮਾੜਾ ਹੈ ਤੇ ਮਾੜਾ ਮੋਟਾ ਜਿਹਾ ਅਸੀਂ ਘਾਲ ਕੂਲ ਜੇ ਕੱਢ ਕੇ ਦੇਖੋ ਗਿਆਨ ਹੁੰਦਾ ਸਾਨੂੰ, ਝੱਟ ਅਸੀਂ ਗਲ ਪੈਂਦੇ ਹਾਂ। ਸਾਡੇ ਸੰਬੰਧ ਵਿੱਚ ਕੋਈ ਵਾਕ ਰਾਹੀਂ ਪੁੱਠਾ ਸਿੱਧਾ ਬੋਲੇ, ਅਸੀਂ ਉਹਦੇ ਗਲ ਪੈਂਦੇ ਹਾਂ ਵੀ ਤੂੰ ਕਿਵੇਂ ਬੋਲਦਾ ਹੈ, ਕਿਵੇਂ ਬਕਵਾਸ ਮਾਰਦਾ ਹੈ। ਉਂਝ ਕੋਈ ਵਾਕ ਦਾ ਰੂਪ ਰੰਗ ਹੈ ਨਹੀਂ ਹੈ, ਗਿਆਨ ਸਾਰਾ ਉਹਦੇ ਵਿੱਚੋਂ ਇਉਂ। ਗੁਰਬਾਣੀ ਗੁਰੂ ਪਰਮੇਸ਼ਰ ਦਾ ਵੀ ਗੁਰੂ ਦਾ ਵੀ ਜਿਹੜਾ ਇਹ ਸ਼ਬਦ ਰੂਪ ਹੈ, ਇਹਦਾ ਕੋਈ ਰੂਪ ਰੰਗ ਨਹੀਂ ਹੈ, ਕੋਈ ਇਸ਼ਨਾਨ ਨਹੀਂ ਹੈ, ਗਿਆਨ ਇਹਦੇ ਵਿੱਚੋਂ ਸਾਰਾ ਹੋ ਰਿਹਾ ਹੈ। ਸੋ ਐਸੇ ਜਿਹੜੇ ਵਰਲੇ ਉਹ ਸਮਝਦੇ ਹਨ। ਰੋ ਵਿਚਾਰ ਲੋ ਭਾਵੇਂ ਤੇ ਸਮਾਪਤੀ ਕਰੀਏ। ਜਿਵੇਂ ਗੁਰੂ ਅੰਗਦ ਸਾਹਿਬ ਜੀ ਜੋਤੀ ਜੋਤ ਸਮਾਏ ਪ੍ਰਸੰਗ ਕੇ ਸੁਣਾਂਗੇ। ਅਰਦਾਸ ਵਿਛੜੀਏ ਜੀ। ਸਿੰਘਾਸਨ ਪਰ ਵਿਦਿਤ ਭੇ, ਦੇਖ ਸਕਲ ਹਰ ਖਾਏ। ਜੈ ਜੈ ਸ਼ਬਦ ਉਚਾਰ ਕਰ, ਪਰੇ ਦੌਰ ਸਭ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।